ਕਿ ਕਲਗੀਧਰ ਪਾਤਸ਼ਾਹ ਜੀ ਨੂੰ ਨਗਾਈਆ ਸਿੱਖ ਨੇ ਘੋੜਾ ਭੇਟ ਕੀਤਾ। ਸਤਿਗੁਰੂ ਜੀ ਕਾਂਗੜ ਦੇ ਨਜ਼ਦੀਕ ਪਹੁੰਚੇ। ਜੋਧ ਰਾਏ ਦੇ ਪੋਤਰੇ ਭਾਈ ਲਖਮੀਰ ਤੇ ਸ਼ਮੀਰ ਗੁਰੂ ਜੀ ਨੂੰ ਲੈਣ ਵਾਸਤੇ 2 ਕੋ ਅਗਲਵੰਡੀ ਆਏ। ਕਹਿਣ ਲੱਗੇ ਜੀ ਅਸੀਂ ਮੁੱਢ ਕਦੀਮਾਂ ਦੇ ਆਪ ਦੇ ਦਾਸ ਹਾਂ, ਸਾਡੇ ਘਰ ਚਰਨ ਪਾਓ। ਗੁਰੂ ਸਾਹਿਬ ਕਹਿਣ ਲੱਗੇ ਇੱਕ ਵਾਰ ਸੋਚ ਲਓ, ਸਾਡਾ ਤੁਰਕਾਂ ਦੇ ਨਾਲ ਯੁੱਧ ਹੈ ਤੇ ਤੁਸੀਂ ਸਾਨੂੰ ਘਰ ਬੁਲਾ ਰਹੇ ਹੋ। ਤੁਸੀਂ ਤੁਰਕਾਂ ਦੀ ਪਰਜਾ ਹੋ ਤੇ ਜੇ ਕਿਤੇ ਤੁਰਕ ਚੜ੍ਹ ਕੇ ਆ ਗਏ ਤੁਸੀਂ ਜੰਗ ਨਹੀਂ ਕਰ ਸਕੋਗੇ। ਜਦ ਇਸ ਤਰ੍ਹਾਂ ਉਹਨਾਂ ਨੂੰ ਮਹਾਰਾਜ ਨੇ ਆਖਿਆ, ਉਹਨਾਂ ਕਿੰਝ ਬੇਨਤੀ ਕੀਤੀ, ਪਿਆਰ ਨਾਲ ਸੁਣੋ ਜੀ। ਇੱਕ ਵਾਰ ਰਸਨਾ ਦੀ ਪਵਿੱਤਰਤਾ ਲਈ ਗੱਜ ਕੇ ਕਹਿ ਦੋ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਣ ਕਰ ਜੋਰ ਸਰਬ ਕਹਿ। ਸੁਣ ਕਰਕੇ ਹੱਥ ਜੋੜ ਕੇ ਕਹਿਣ ਲੱਗੇ, ਅਬ ਰਾਵਰ ਕੀ ਸਰਣੀ ਹੈ। ਭਾਈ ਲਖਮੀਰ ਅਤੇ ਸ਼ਮੀਰ ਤੇ ਹੋਰ ਜਿੰਨੀਆਂ ਵੀ ਸੰਗਤਾਂ ਉਹਨਾਂ ਨਾਲ ਆਈਆਂ ਸਨ, ਉਹਨਾਂ ਬੇਨਤੀ ਕੀਤੀ ਕਿ ਹੁਣ ਤਾਂ ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ। ਕਿਰਪਾ ਕਰੋ ਹੋਏ ਸਦਨ ਪਵਿੱਤਰਾ। ਆਪ ਕਿਰਪਾ ਕਰੋ, ਸਾਡੇ ਘਰਾਂ ਵਿੱਚ ਚਰਨ ਪਾਓ, ਸਾਡੇ ਘਰ ਪਵਿੱਤਰ ਹੋਣਗੇ। ਤੁਮ ਚਲਿੱਤਰ ਹੈ ਚਿੱਤਰ ਬਚਿੱਤਰਾ। ਤੁਹਾਡੇ ਜਿਹੜੇ ਕੌਤਕ ਨੇ ਇਹ ਬਹੁਤ ਹੀ ਵਚਿੱਤਰ ਹਨ। ਪੁਸਤੈਨੀ ਹਮ ਦਾਸ ਤੁਮਾਰੇ। ਪੁਸ਼ਤਾਂ ਤੋਂ ਅਸੀਂ ਤੁਹਾਡੇ ਦਾਸ ਚੱਲੇ ਆਉਂਦੇ ਹਾਂ। ਮਿਲਨ ਆਪ ਸੋ ਕਿਸ ਡਰ ਧਾਰੇ। ਆਪ ਜੀ ਨੂੰ ਮਿਲ ਕੇ ਕਿਹਦਾ ਡਰ ਧਾਰਨ ਕਰਾਂਗੇ। ਗੁਰ ਸਿੱਖਨ ਸੋ ਮੇਲ ਹਮੇਸ਼। ਸਾਡਾ ਤਾਂ ਗੁਰਸਿੱਖਾਂ ਦੇ ਨਾਲ ਹਮੇਸ਼ਾ ਹੀ ਮੇਲ ਰਿਹਾ ਹੈ, ਜਾਂ ਗੁਰਸਿੱਖਾਂ ਨਾਲ ਸਦਾ ਤੁਹਾਡਾ ਮੇਲ ਰਿਹਾ ਹੈ। ਬਰਜ ਸਕੈ ਅਸ ਕੌਣ ਵਿਸ਼ੇਸ਼। ਸੋ ਐਸਾ ਕੌਣ ਡਾਢਾ ਹੈ ਜਿਹੜਾ ਸਾਨੂੰ ਰੋਕ ਸਕੇਗਾ। ਪੁਰਵਹੁ ਸ਼ਰਧਾ ਆਪ ਹਮਾਰੀ। ਆਪ ਕਿਰਪਾ ਕਰਕੇ ਸਾਡੇ ਘਰ ਚੱਲੋ ਤੇ ਸਾਡੀ ਸ਼ਰਧਾ ਪੂਰੀ ਕਰੋ। ਤੁਮ ਕਿਰਪਾਲ ਦੁਖ ਧੁੰਦ ਵਿਦਾਰੀ। ਆਪ ਜੀ ਕਿਰਪਾਲੂ ਹੋ, ਦੁੱਖ ਅਤੇ ਈਰਖਾ ਦੂਰ ਕਰਦੇ ਹੋ। ਜੇ ਇਮ ਸਮਾਂ ਆਨ ਹੀ ਬਨੈ। ਜੇ ਐਸਾ ਸਮਾਂ ਆ ਕੇ ਬਣ ਵੀ ਜਾਵੇਗਾ, ਭਾਵ ਤੁਰਕ ਚੜ੍ਹ ਕੇ ਆ ਜਾਣਗੇ, ਸੰਗ ਆਪ ਕੇ ਹੋਏ ਰੇ ਪਹਮ ਹਨੈ। ਤਾਂ ਅਸੀਂ ਆਪ ਜੀ ਦੇ ਨਾਲ ਹੋ ਕੇ ਵੈਰੀ ਨੂੰ ਮਾਰ ਮੁਕਾਵਾਂਗੇ। ਨਹਿ ਰਾਵਰ ਕੋ ਤਿਆਗੇ ਹਾਂ ਸੰਗ। ਅਸੀਂ ਆਪ ਜੀ ਦਾ ਸੰਗ ਕਦੇ ਵੀ ਕਿਸੇ ਕੀਮਤ ਤੇ ਨਹੀਂ ਤਿਆਗਾਂਗੇ। ਤੁਰਕਨ ਸੰਗ ਕਰੈ ਇਮ ਜੰਗ। ਇੰਜ ਤੁਰਕਾਂ ਦੇ ਨਾਲ ਅਸੀਂ ਜੰਗ ਕਰਾਂਗੇ। ਇਤਿਆਦਿਕ ਬੇਨਤੀ ਸੁਨ ਕਾਨ। ਇਤਿਆਦਿਕ ਸਤਿਗੁਰੂ ਮਹਾਰਾਜ ਨੇ ਉਹਨਾਂ ਦੀ ਬੇਨਤੀ ਆਪਣੇ ਕੰਨਾਂ ਵਿੱਚ ਸੁਣ ਕਰਕੇ ਗੁਰੂ ਗਰੀਬ ਨਿਵਾਜ ਸੁਜਾਨ। ਗਰੀਬ ਨਵਾਜ ਅੰਤਰਜਾਮੀ ਪਾਤਸ਼ਾਹ ਜੀ ਚਲੇ ਸੰਗ ਤਿਨ ਕਾ ਕਹਿਬੋ ਮਾਨਿਓ। ਉਹਨਾਂ ਦਾ ਕਿਹਾ ਮੰਨ ਕੇ ਉਹਨਾਂ ਦੇ ਨਾਲ ਚੱਲ ਪਏ। ਪਿਛੈ ਪੁਰਜਨ ਪੁੰਜ ਪਿਆਨਿਓ। ਉਹਨਾਂ ਦੇ ਪਿੱਛੇ ਪਿੱਛੇ ਜਿਹੜੇ ਨਗਰ ਦੇ ਲੋਕ ਸਨ ਇਕੱਠੇ ਹੋ ਕੇ ਚੱਲ ਪਏ। ਪਹੁੰਚੇ ਗ੍ਰਾਮ ਵਿਖੇ ਤਬ ਜਾਏ। ਤਦੋਂ ਪਿੰਡ ਦੇ ਵਿੱਚ ਜਾ ਪਹੁੰਚੇ। ਨਰ ਨਾਰੀ ਦਰਸ਼ਨ ਕਉ ਪਾਏ। ਪਰ ਇਸਤਰੀਆਂ ਤੇ ਮਨੁੱਖਾਂ ਨੇ ਗੁਰੂ ਜੀ ਮਹਾਰਾਜ ਦੇ ਦਰਸ਼ਨ ਕੀਤੇ। ਕਾਚੇ ਸਦਨ ਹੁਤੇ ਸਭ ਕੇਰੇ। ਉਹਨਾਂ ਦਿਨਾਂ ਦੇ ਵਿੱਚ ਸਾਰਿਆਂ ਦੇ ਘਰ ਕੱਚੇ ਹੁੰਦੇ ਸਨ। ਹਿਤ ਉਤਰਨ ਕੇ ਨੀਕੋ ਹੇਰੇ।
ਉਤਾਰੇ ਵਾਸਤੇ ਗੁਰੂ ਜੀ ਲਈ ਕੋਈ ਚੰਗਾ ਘਰ ਵੇਖਣ ਲੱਗੇ। ਇੱਕ ਤਿਖਾਨ ਕੋ ਧਾਮ ਨਿਹਾਰਾ, ਇੱਕ ਤਰਖਾਨ ਦਾ ਘਰ ਦੇਖਿਆ। ਤਿਸ ਪਰ ਚਾਰੂ ਰਚਿਓ ਚੁਬਾਰਾ, ਉਸ ਘਰ ਦੇ ਉੱਪਰ ਸੁੰਦਰ ਚੁਬਾਰਾ ਬਣਿਆ ਹੋਇਆ ਸੀਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ। ਮੰਨ ਲਓ ਵੀ ਗੁਰੂ ਜੀ ਲਈ ਹੋਈ ਬਣਿਆ ਹੈ। ਸਾਰੇ ਪਿੰਡ ਵਿੱਚ ਇੱਕੋ ਹੀ ਚੁਬਾਰਾ। ਪੁਰਾਣਾ ਸਮਾਂ ਸੀਗਾ, ਉਹ ਵੀ ਪੰਚਾਂ ਸਰਪੰਚਾਂ ਜਾਂ ਕਿਸੇ ਖਾਸ ਬੰਦੇ ਦੇ ਘਰ ਦੇ ਉੱਪਰ ਚੁਬਾਰਾ ਬਣਿਆ ਹੁੰਦਾ ਸੀ। ਕੋਠੇ ਕੱਚੇ ਹੀ ਹੁੰਦੇ ਸਨ। ਸੋ ਪਸੰਦ ਉਤਰਨ ਕੇ ਦੇਖਾ, ਉਹ ਗੁਰੂ ਜੀ ਲਈ ਉਤਾਰੇ ਲਈ ਪਸੰਦ ਕੀਤਾ। ਪਾਵਨ ਲੀਪਨ ਕੀਨ ਵਿਸੇਖਾ, ਤਾਂ ਵਿਸ਼ੇਸ਼ ਤੌਰ 'ਤੇ ਉਸ ਨੂੰ ਮਿੱਟੀ ਲੈ ਕੇ ਤੇ ਨਵੇਂ ਸਿਰਿਓਂ ਲਿਪ ਕੇ ਸੁੱਚਾ ਕੀਤਾ। ਸੁੰਦਰ ਆਨ ਪ੍ਰਿਅੰਕ ਡਸਾਵਾ, ਉਹਦੇ ਵਿੱਚ ਸੁੰਦਰ ਪਲੰਗਾ ਸਾਹਿਬ ਲਿਆ ਕੇ ਡਾਹਿਆ। ਬਿਸਤ ਬਿਛੌਨੇ ਤੇ ਸਭ ਛਾਵਾ, ਜੋ ਗਦੇਲੇ ਦੇ ਉੱਪਰ ਚਿੱਟਾ ਚਾਦਰਾ ਵਿਛਾਇਆ ਹੈ ਤੇ ਉਤਰ ਚੜੇ ਤੇ ਸਜਾਏ। ਸਤਿਗੁਰੂ ਜੀ ਮਹਾਰਾਜ ਘੋੜੇ ਤੋਂ ਉਤਰ ਕੇ ਉਹ ਤਰਖਾਨ ਗੁਰਮੁਖ ਦੇ ਚੁਬਾਰੇ ਵਿੱਚ ਚੜ੍ਹ ਗਏ। ਬੈਠ ਗਏ ਸਤਿਗੁਰ ਸਤ ਭਾਏ, ਸਤਿਗੁਰੂ ਜੀ ਮਹਾਰਾਜ ਸਹਿਜ ਸੁਭਾਅ ਹੀ ਉੱਥੇ ਬੈਠ ਗਏ ਹਨ। ਮੈਂ ਉੱਥੇ ਦਰਸ਼ਨ ਕੀਤੇ ਨੇ, ਸ਼ਾਇਦ ਆਪ ਵੀ ਗਏ ਹੋਵੋ। ਮਾਲਵੇ ਦੇ ਵਿੱਚ ਕਾਂਗੜ ਸ਼ਹਿਰ ਗੁਰਦੁਆਰਾ ਬਹੁਤ ਸੋਹਣਾ ਬਣਿਆ ਹੋਇਆ, ਇਸ ਤਰ੍ਹਾਂ ਦਾ ਹੀ ਪੱਥਰ ਵਾਲਾ, ਜਿੱਥੋਂ ਮਹਾਰਾਜ ਨੇ ਜਫਰਨਾਮਾ ਭੇਜਿਆ ਉਹਦਾ ਨਾਂ ਹੈ ਜਫਰਨਾਮਾ ਸਾਹਿਬ। ਦੀਨਾ ਕਾਂਗੜ ਪਾਤਸ਼ਾਹੀ 10ਵੀਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ। ਪਰ ਜਿਹੜਾ ਇਹ ਚੁਬਾਰਾ ਹੈ ਇਹ ਪਿੰਡ ਦੇ ਵਿੱਚ ਉਂਝ ਹੀ ਹੈ, ਛੋਟਾ ਜਿਹਾ ਗੁਰਦੁਆਰਾ। ਜਿਸ ਤਰ੍ਹਾਂ ਆਮ ਨਾਰਮਲ ਘਰ ਸੀਗਾ ਉਹਨਾਂ ਕੀ ਘਰ ਹੈ, ਛੋਟੀ ਜਿਹੀ ਗਲੀ ਦੇ ਵਿੱਚ। ਉਹ ਮੈਂ ਦਰਸ਼ਨ ਕੀਤੇ ਨੇ। ਚੁਬਾਰੇ ਦੇ ਵਿੱਚ ਗੁਰੂ ਮਹਾਰਾਜ ਦਾ ਉਤਾਰਾ ਹੋਇਆ। ਤੀਨੋਂ ਸਿੰਘ ਸਮੀਪੀ ਥਰੇ, ਜਿਹੜੇ ਤਿੰਨ ਸਿੰਘ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ, ਇਹ ਗੁਰੂ ਜੀ ਦੇ ਨਜ਼ਦੀਕ ਬੈਠੇ ਹਨ। ਸੁਣ ਸੁਣ ਨਰ ਨਾਰੀ ਮੁੱਦ ਭਰੇ, ਇਸਤਰੀ ਤੇ ਪੁਰਸ਼ ਗੁਰੂ ਜੀ ਬਾਰੇ ਸੁਣ ਕੇ ਕਿ ਮਹਾਰਾਜ ਸਾਡੇ ਪਿੰਡ ਆਏ ਨੇ, ਬਹੁਤ ਆਨੰਦ ਪ੍ਰਸੰਨ ਵਿੱਚ ਭਰ ਗਏ। ਦਰਸ਼ਨ ਹਿਤ ਆਏ ਸਮੁਦਾਏ, ਗੁਰੂ ਜੀ ਦੇ ਦਰਸ਼ਨਾਂ ਵਾਸਤੇ ਇਕੱਠੇ ਹੋ ਕੇ ਆਉਂਦੇ ਸਨ। ਧਰੈ ਉਪਾਇਨ ਬੰਦੈ ਪਾਏ, ਔਰ ਭੇਟਾਵਾਂ ਰੱਖ ਰੱਖ ਕੇ ਮਹਾਰਾਜ ਸਾਹਿਬ ਦੇ ਚਰਨਾਂ 'ਤੇ ਨਮਸਕਾਰਾਂ ਕਰਦੇ ਨੇ। ਧੰਨ ਭਾਗ ਸ੍ਰੀ ਗੁਰ ਗ੍ਰਹਿ ਆਏ, ਔਰ ਕਹਿੰਦੇ ਨੇ ਸਾਡੇ ਧੰਨ ਭਾਗ ਕਿ ਗੁਰੂ ਮਹਾਰਾਜ ਸੋ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ। ਸਾਡੇ ਪਤੀ ਪਰਮੇਸ਼ਰ ਗੁਰੂ ਮਹਾਰਾਜ ਸਾਡੇ ਘਰ ਵਿੱਚ ਆਏ ਨੇ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਬਿਰ ਜਾਪਏ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਭਏ ਕਿਰਤਾਰਥ ਬਿਘਨ ਮਿਟਾਏ, ਸੋ ਕਿਰਤਾਰਥ ਨਿਹਾਲ ਹੋ ਗਏ। ਵਿਘਨਾਂ ਨੂੰ ਦੂਰ ਕਰਕੇ, ਵਿਘਨਾਂ ਨੂੰ ਦੂਰ ਕਰਕੇ ਸਾਡੇ 'ਤੇ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਨੂੰ ਨਿਹਾਲ ਕੀਤਾ। ਇੰਝ ਉਹਨਾਂ ਸਮਝਿਆ ਬੈਠੇ ਘਨੇ ਆਏ ਵੱਡ ਭੀਰਾ, ਸਾਡੇ ਧੰਨ ਭਾਗ ਕਿ ਗੁਰੂ ਜੀ ਸਾਡੇ ਘਰ ਆਏ ਨੇ, ਵਿਘਨਾਂ ਨੂੰ ਦੂਰ ਕਰਕੇ ਸਾਨੂੰ ਕਿਰਤਾਰਥ ਕੀਤਾ ਹੈ। ਬਹੁਤ ਲੋਕ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਗਏ
ਬਹੁਤ ਵੱਡੀ ਭੀੜ ਲੱਗ ਗਈ। ਨਰ ਨਾਰੀ ਦਰਸੈ ਥਿਰ ਤੀਰਾ। ਸਤਿਗੁਰੂ ਮਹਾਰਾਜ ਦੇ ਪਾਸ ਬੈਠ ਕੇ ਇਸਤਰੀਆਂ ਤੇ ਮਨੁੱਖ ਦਰਸ਼ਨ ਪਏ ਕਰਦੇ ਨੇ। ਦੁਗਧ ਆਨ ਕਰ ਗਨ ਮਿਸਟਾਨ। ਕਿਸੇ ਨੇ ਗੁੜ ਲਿਆਂਦਾ, ਕਿਸੇ ਨੇ ਦੁੱਧ ਲਿਆਂਦਾ ਹੈ। ਕਰਵਾਇਓ ਸਿੰਘਨ ਕੋ ਪਾਨ। ਅਤੇ ਦੁੱਧ ਦੇ ਵਿੱਚ ਗੁੜ ਪਾ ਕੇ ਸਿੰਘਾਂ ਨੂੰ ਗਰਮ ਕਰਕੇ ਦੁੱਧ ਛਕਾਇਆ ਹੈ। ਨਾਨਾ ਭਾਂਤ ਬਾਤ ਮਿਲ ਕਰਤੇ। ਅਤੇ ਆਪਸ ਵਿੱਚ ਮਿਲ ਕਰਕੇ ਕਈ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਦੇ ਹਨ। ਸ੍ਰੀ ਸਤਿਗੁਰ ਕੋ ਸੋ ਜਸ ਉਚਰਤੇ। ਸਤਿਗੁਰੂ ਜੀ ਮਹਾਰਾਜ ਜੀ ਦਾ ਸ੍ਰੇਸ਼ਟ ਜਸ ਉਚਾਰਨ ਕਰਦੇ ਹਨ। ਇਸੀ ਰੀਤ ਸੰਧਿਆ ਹੋਏ ਆਈ। ਇਸ ਤਰ੍ਹਾਂ ਸ਼ਾਮ ਹੋ ਗਈ। ਗਮਨੇ ਨਰ ਨਾਰੀ ਨਿਜ ਥਾਈ। ਸਭ ਇਸਤਰੀਆਂ ਪੁਰਸ਼ ਆਪੋ ਆਪਣੀ ਥਾਈਂ ਚਲੇ ਗਏ। ਦੋਹਰਾ ਕੁਛ ਪ੍ਰਸੰਗ ਹੈ ਰਾਏ ਕੋ ਦਈ ਗੁਰੂ ਤਰਵਾਰ। ਸਾਧ ਸੰਗਤ ਜੀਓ, ਕੱਲ ਆਪਣੇ ਪ੍ਰਸੰਗ ਸਰਵਣ ਕੀਤਾ ਸੀ ਕਿ ਜੋ ਰਾਏ ਇਕੱਲੇ ਨੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ। ਇੱਕ ਮੱਝਾਂ ਚਾਰਨ ਵਾਲੀ ਮਾਹੀ ਨੂੰ, ਗਾਵਾਂ ਚਾਰਨ ਵਾਲੇ ਨੂੰ ਗਵਾਲਾ ਕਹਿੰਦੇ ਨੇ, ਗੁੱਜਰ ਕਹਿੰਦੇ ਨੇ, ਅਤੇ ਮੱਝਾਂ ਚਾਰਨ ਵਾਲੇ ਨੂੰ ਮਾਹੀ ਕਹਿੰਦੇ ਨੇ। ਉਹ ਜੋ ਮੱਝਾਂ ਗਾਵਾਂ ਦਾ ਚਰਵਾਹਾ ਮਾਹੀ ਸੀ, ਉਹਨੂੰ ਸਰਹੰਦ ਦੇ ਵਿੱਚ ਭੇਜਿਆ। ਉਹ ਸਾਹਿਬਜ਼ਾਦਿਆਂ ਦੀ ਖਬਰ ਲੈ ਕੇ ਆਇਆ। ਜਦ ਉਹਨੇ ਸਾਹਿਬਜ਼ਾਦੇ ਅਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਸੁਣਾਈ ਤਾਂ ਗੁਰੂ ਸਾਹਿਬ ਜੀ ਤੀਰ ਦੀ ਨੋਕ ਨਾਲ ਕਾਈ ਦਾ ਬੂਟਾ ਖੋਦ ਰਹੇ ਸਨ। ਉਹਨੂੰ ਪੁੱਟ ਕੇ ਸੁੱਟ ਦਿੱਤਾ। ਨਾਲ ਸੁਤੇ ਸਿੱਧ ਬਚਨ ਕੀਤਾ ਕਿ ਤੁਰਕਾਂ ਦੀ ਜੜ ਪੁੱਟੀ ਗਈ। ਰਾਏ ਇਕੱਲੇ ਨੇ ਬੇਨਤੀ ਕੀਤੀ, ਮਹਾਰਾਜ ਮੈਂ ਵੀ ਤੁਰਕਾਂ ਦੇ ਨਾਲ ਹੀ ਹਾਂ, ਫਿਰ ਮੇਰੀ ਜੜ। ਮਹਾਰਾਜ ਕਹਿੰਦੇ ਤੂੰ ਪਹਿਲਾਂ ਦੱਸਦਾ ਬਈ, ਤੂੰ ਪਹਿਲਾਂ ਬੋਲਿਆ ਹੀ ਨਹੀਂ, ਤੂੰ ਵੇਖਦਾ ਰਿਹਾ। ਕਹਿੰਦਾ ਜੀ ਮੈਨੂੰ ਹੁਣ ਕੀ ਪਤਾ ਸੀ ਤੁਸੀਂ ਕੀ ਕਹਿ ਦੇਣਾ। ਹੁਣ ਮੈਂ ਤਾਂ ਆਪਦੇ ਚਰਨਾਂ ਦਾ ਦਾਸ ਹਾਂ ਜੀ। ਮਹਾਰਾਜ ਕਹਿੰਦੇ ਵੀ ਹੁਣ ਜਿਹੜਾ ਬਚਨ ਹੋਣਾ ਸੀ ਸੋ ਤਾਂ ਗਿਆ ਹੋ। ਕਹਿੰਦਾ ਜੀ ਫਿਰ ਇੰਝ ਤਾਂ ਨਹੀਂ ਗੱਲ ਬਣਦੀ। ਮੈਂ ਤਾਂ ਆਪਦਾ ਦਾਸ ਹਾਂ, ਮੈਨੂੰ ਰਾਜ ਭਾਗ ਦੀ ਸਲਾਮਤੀ ਬਖਸ਼ੋ। ਮਹਾਰਾਜ ਕਹਿੰਦੇ ਤੂੰ ਪਹਿਲਾਂ ਦੱਸਣਾ ਸੀ। ਗੁਰੂ ਜੀ ਮੰਨੇ ਨਾ। ਇਹਨੇ ਸੋਚਿਆ ਕਿ ਮਨਾ ਹੁਣ ਜੜ ਤਾਂ ਪੁੱਟੀ ਗਈ ਹੋਈ ਹੈ, ਅੱਜ ਵੀ ਮਰਨਾ ਅਤੇ ਭਲਕੇ ਵੀ ਮਰਨਾ, ਸਮਝ ਲਓ ਵੀ ਮਾਰੀ ਗਏ। ਆਪਦੇ ਨਾਲ ਦਿਆਂ ਨੂੰ ਆਖਿਆ ਵੀ ਇੰਝ ਕਰੋ ਭਾਈ, ਆਪਦੀਆਂ ਘਰ ਵਾਲੀਆਂ ਅਤੇ ਬੱਚਿਆਂ ਨੂੰ ਲੈ ਆਓ। ਜੇ ਕਿਤੇ ਮਹਾਰਾਜ ਇੱਥੋਂ ਨਿਕਲ ਗਏ ਅਤੇ ਲੁਟੇਰੇ ਕਿਤੇ ਆ ਕੇ ਅਤੇ ਸਾਨੂੰ ਮਾਰ ਨਾ ਦੇਣ, ਆਪਾਂ ਆਪਦਾ ਜਨਮ ਤਾਂ ਸਫਲ ਕਰ ਲਈਏ। ਮਰਨਾ ਤਾਂ ਹੈ ਹੀ ਹੈ, ਇਸ ਲਈ ਮਹਾਰਾਜ ਦੇ ਨਾਲ ਨਾਲ ਚੱਲੀਏ। ਘਰ ਛੱਡ ਦਿਓ, ਮਰਨ ਤੋਂ ਬਾਅਦ ਵੀ ਤਾਂ ਛੱਡਣੇ ਹੀ ਨੇ। ਇਸ ਵਾਸਤੇ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ। ਆ ਗੁੱਜਰ ਵੇਖੀ ਦੇ ਨੇ ਨਾ, ਛੰਨ ਜੀ ਬਣਾ ਕੇ ਵੱਧ ਤੋਂ ਵੱਧ 6 ਮਹੀਨੇ, 7ਵਾਂ ਮਹੀਨਾ ਨਹੀਂ ਟੱਪਦਾ, 4 5 6 ਮਹੀਨੇ ਰਹਿ ਕੇ ਜਾਂਦੀ, ਬਾਕੀ ਛੰਨ ਵੀ ਢਾਹ ਕੇ ਤੁਰ ਜਾਂਦੇ ਨੇ। ਪਤਾ ਨਹੀਂ ਆਉਂਦੇ ਕਿੱਥੋਂ ਨੇ, ਜਾਂਦੇ ਕਿੱਧਰਲੇ ਪਾਸੇ ਨੂੰ ਨੇ। ਉਹ ਜਿਹੜੇ ਗੁੱਜਰ ਨੇ ਗੋਇਲ ਹਨ, ਉਹ ਗੋਇਲ ਵਾਸਾ ਕਹਿੰਦੇ ਨੇ। ਗੋਇਲ ਆਇਆ ਗੋਇਲੀ। ਇਸ ਤਰ੍ਹਾਂ ਗ੍ਰਸਤ ਪਰਿਵਾਰ ਦੇ ਵਿੱਚ ਆਪਾਂ ਆ ਕੇ ਬੈਠੇ ਹੋਏ ਹਾਂ। ਪਤਾ ਨਹੀਂ ਕਦੋਂ ਸਮਾਂ ਪੂਰਾ ਹੋ ਜਾਣਾ ਹੈ, ਸਾਡੀ ਸਰੀਰ ਦੀ ਛੰਨ ਢਹਿ ਜਾਣੀ ਹੈ। ਗੋਇਲ ਆਇਆ ਗੋਇਲੀ ਕਿਆ ਤਿਸ ਡੰਭ ਪਸਾਰ। ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਜਿਨ੍ਹਾਂ ਨੂੰ ਆਪਾਂ ਘਰ ਬਾਰ ਮੰਨਿਆ ਉਹ ਤਾਂ ਇੱਕ ਟੈਂਪਰੇਰੀ ਰੈਜ਼ੀਡੈਂਸ ਹੈ, ਇੱਕ ਕੈਂਪ ਲੱਗਾ ਹੋਇਆ। ਅਸਲੀ ਘਰ ਬਾਰ ਤਾਂ ਹੇ ਮੇਰਿਆ ਮਨਾ ਪਰਲੋਕ ਨੂੰ ਸੰਭਾਲ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਇਹਨਾਂ ਦੀ ਚਿੰਤਾ 'ਚ ਤੂੰ ਪਿਆ ਹੋਇਆ, ਜਿੱਥੇ ਜਾ ਕੇ ਵਰਤਣ ਉਹਦੀ ਚਿੰਤਾ ਤੈਨੂੰ ਹੈ ਹੀ ਨਹੀਂ। ਕਿਆ ਤੂੰ ਰਤਾ ਦੇਖ ਕੇ
ਗ੍ਰਸਤ ਕੁਲੰਬ ਪਲੇਟਿਆ ਤੇ ਇਹਨਾਂ ਦੇ ਵਿੱਚ ਤੋਂ ਲਪੇਟਿਆ ਹੋਇਆ ਹੈ। ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ, ਹਰ ਗੁਣ ਗਾਉ ਮਨਾ ਸਤਿਗੁਰ ਸੇ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਨਿੱਕੀ ਜੀ ਗੱਲ ਤੇ ਹੰਕਾਰ ਕਰੀ ਬੈਠਾ। ਰਾਏ ਇਕੱਲੇ ਨੇ ਹੰਕਾਰ ਤਿਆਗ ਦਿੱਤਾ, ਉਹਨੂੰ ਪਤਾ ਹੀ ਨਹੀਂ ਵੀ ਮੈਂ ਰਾਜਾ ਹਾਂ। ਕਹਿਣ ਲੱਗਾ ਵੀ ਹੁਣ ਆਪਾਂ ਗਏ, ਕਿਉਂਕਿ ਮਹਾਰਾਜ ਨੇ ਕਹਿਤਾ, ਜੋ ਕਹਿਤਾ ਸੋ ਕਹਿਤਾ। 100% ਮਹਾਰਾਜ ਦਾ ਬਚਨ ਸੱਚ ਹੋਵੇਗਾ। ਗੁਰੂ ਜੀ ਨਿਕਲਣ ਦੀ ਦੇਰ ਹੈ, ਲੁਟੇਰਾ ਕੋਈ ਆ ਜਾਏਗਾ, ਸਾਨੂੰ ਮਾਰ ਦੇਵੇਗਾ। ਇਸ ਲਈ ਆਪਦੇ ਬਾਲ ਬੱਚੇ ਘਰ ਵਾਲੀ ਲਿਆਓ ਅਤੇ ਗੁਰੂ ਸਾਹਿਬ ਦੇ ਮਗਰ ਮਗਰ ਚੱਲੋ। ਮਹਾਰਾਜ ਬਖਸ਼ ਲੈਣਗੇ ਤਾਂ ਆਵਾਂਗੇ, ਨਹੀਂ ਤਾਂ ਨਾਲੇ ਨਾਲ ਜਿੱਥੇ ਰੁਕਣਗੇ ਰੁਕਾਂਗੇ, ਚੱਲਣਗੇ ਚੱਲੀ ਜਾਵਾਂਗੇ। ਜਦ ਉਹਨੇ ਇਸ ਤਰ੍ਹਾਂ ਬਚਨ ਆਖਿਆ ਤੇ ਮਹਾਰਾਜ ਨੂੰ ਸੁਣ ਗਿਆ। ਸਾਹਿਬ ਕਹਿਣ ਲੱਗੇ, ਰਾਏ ਇਕੱਲਾ ਤੂੰ ਜ਼ਬਰਦਸਤੀ ਕਰਦਾ ਹੋਏ, ਬੜਾ ਜ਼ੋਰਾਵਰ ਹੈ, ਤੂੰ ਸਾਡੇ 'ਤੇ ਵੀ ਜ਼ੋਰਾਵਰੀ ਕਰ ਰਿਹਾ, ਬਦੋ ਬਦੀ ਸਾਡਾ ਬਚਨ ਮੋੜਨਾ ਚਾਹੁੰਦਾ ਹੈ। ਇਹਨਾਂ ਬਚਨਾਂ 'ਤੇ ਤੈਨੂੰ ਭਰੋਸਾ ਸੱਚਮੁੱਚ ਹੀ? ਕਹਿੰਦਾ ਜੀ ਹਾਂ, ਆਪਦਾ ਬਚਨ ਅਟੱਲ ਹੈ। ਮਹਾਰਾਜ ਦਇਆ ਦੇ ਘਰ ਵਿੱਚ ਆਏ। ਗੁਰੂ ਸਾਹਿਬ ਨੇ ਆਪਣੇ ਸ਼ਸਤਰਾਂ ਦੇ ਵਿੱਚੋਂ ਇੱਕ ਸ੍ਰੀ ਸਾਹਿਬ ਕੱਢੀ। ਇਹ ਤੁਸੀਂ ਕੱਲ੍ਹ ਸੁਣ ਚੁੱਕੇ ਹੋ, ਕਈ ਸੰਗਤਾਂ ਅੱਜ ਨਵੀਆਂ ਬੈਠੀਆਂ ਨੇ ਅਤੇ ਆਨੰਦ ਬਣਿਆ ਹੋਇਆ ਹੈ। ਇਹ ਤਾਂ ਮਹਾਰਾਜ ਦਾ ਜਸ ਹੈ, ਜਿੰਨੀ ਵਾਰੀ ਆਖੋ ਉਨੀ ਵਾਰੀ ਮਿਸ਼ਰੀ ਹੋਈ ਹੈ, ਖੰਡ ਹੀ ਹੈ, ਇਹ 'ਚ ਫਿੱਕਾਪੁਣਾ ਕੋਈ ਨਹੀਂ ਹੈ। ਮਹਾਰਾਜ ਨੇ ਸ਼ਸਤਰਾਂ ਦੇ ਵਿੱਚੋਂ ਇੱਕ ਬਹੁਤ ਸੁੰਦਰ ਸ੍ਰੀ ਸਾਹਿਬ ਕੱਢੀ। ਆਖਿਆ, ਲਿਆ ਆ ਰਾਏ ਇਕੱਲਾ, ਤੈਨੂੰ ਆਪਾਂ ਬਖਸ਼ਿਸ਼ ਕਰਦੇ ਹਾਂ, ਲਿਆ ਝੋਲੀ ਕਰ। ਉਹਨੇ ਹੱਥ ਅੱਡੇ, ਝੋਲੀ ਅੱਡੀ, ਕਹਿਣ ਲੱਗੇ, ਆ ਸ੍ਰੀ ਸਾਹਿਬ ਲੈ, ਤੈਨੂੰ ਬਖਸ਼ਦੇ ਹਾਂ। ਇਹਨੂੰ ਡੇਲੀ ਮੱਥਾ ਟੇਕਣਾ ਹੈ, ਧੂਪ ਦਿਖਾਉਣੀ ਹੈ, ਜੋਤ ਜਗਾਉਣੀ ਹੈ। ਜਿਹੜੀ ਕਿਰਪਾਨ ਹੁੰਦੀ ਹੈ ਇਹ ਚੰਡੀ ਦਾ ਰੂਪ ਹੈ। ਚੰਡੀ ਕੌਣ ਹੈ? ਕਿਸੇ ਬੀਬੀ ਦਾ ਨਾਮ ਨਹੀਂ, ਕਿਸੇ ਔਰਤ ਦਾ ਨਾਮ ਨਹੀਂ, ਵਾਹਿਗੁਰੂ ਜੀ ਦੀ ਸ਼ਕਤੀ ਦਾ ਨਾਮ ਹੈ, ਗੁਰੂ ਸਾਹਿਬ ਦੀ ਪਾਵਰ ਦਾ ਨਾਮ ਹੈ। ਇਹ ਸ਼ਕਤੀ ਹੈ ਵਾਹਿਗੁਰੂ ਦੀ, ਇਹਦੀ ਪੂਜਾ ਕਰਨੀ ਹੈ। ਜਿੰਨਾ ਚਿਰ ਤੁਸੀਂ ਇਹਦੀ ਸੇਵਾ ਕਰੋਗੇ, ਇਹਦਾ ਸਤਿਕਾਰ ਕਰੋਗੇ, ਸ਼ਹੀਦੀ ਫੌਜਾਂ ਸ਼ਸਤਰ 'ਤੇ ਹਾਜ਼ਰ ਹੁੰਦੀਆਂ ਨੇ, ਅਤੇ ਇਸ ਵਾਸਤੇ ਤੁਹਾਡੀ ਕੋਈ ਵਾਹ ਵੱਲ ਵੀ ਨਹੀਂ ਵੇਖ ਸਕੇਗਾ, ਤੁਹਾਡਾ ਰਾਜ ਭਾਗ ਕਾਇਮ ਰਹੇਗਾ। ਜਦੋਂ ਕਿਤੇ ਤੁਸੀਂ ਜਾਂ ਤੁਹਾਡੀ ਕੁੱਲ ਦੇ ਕਿਸੇ ਵੀ ਮੈਂਬਰ ਨੇ ਇਸ ਕਿਰਪਾਨ ਦੀ ਬੇਅਦਬੀ ਕੀਤੀ, ਯਾਨੀ ਆਪਦੇ 5 ਭੌਤਿਕ ਸਰੀਰ ਦੇ ਉੱਪਰ ਲਾ ਲਈ, ਧਾਰਨ ਕਰ ਲਈ, ਅਤੇ ਇਹਦੀ ਪੂਜਾ ਸਤਿਕਾਰ ਨਾ ਕੀਤਾ, ਤਾਂ ਤੁਹਾਡੀ ਕੁੱਲ ਵਿੱਚੋਂ ਰਾਜ ਨਸ਼ਟ ਹੋ ਜਾਏਗਾ। ਫਿਰ ਸਾਡਾ ਵਚਨ ਪੂਰਾ ਹੋਏਗਾ। ਉਹਨੇ ਬੜੇ ਸਤਿਕਾਰ ਨਾਲ ਸ੍ਰੀ ਸਾਹਿਬ ਮਹਾਰਾਜ ਦੇ ਕੋਲੋਂ ਲੈ ਲਈ। ਮਹਾਰਾਜ ਕਹਿੰਦੇ, ਸਾਡੇ ਨਾਲ ਆਉਣ ਦੀ ਨਹੀਂ ਲੋੜ, ਤੁਸੀਂ ਹੁਣ ਆਪਦੇ ਘਰਾਂ ਵਿੱਚ ਰਹੋ, ਤੁਸੀਂ ਬਖਸ਼ੇ ਗਏ। ਇਉਂ ਮਹਾਰਾਜ ਨੇ ਬਖਸ਼ ਲਿਆ। ਉਹ ਜਿਹੜੀ ਸਾਖੀ ਕੁਝ ਕੁ ਬਾਕੀ ਹੈ। ਹੁਣ ਕਿਰਪਾਨ ਦੇ ਕੇ ਮਹਾਰਾਜ ਤਾਂ ਆ ਗਏ। ਉੱਥੇ ਪਿੱਛੇ ਕੀ ਹੋਇਆ, ਰਾਏ ਇਕੱਲੇ ਦੀ ਜਿਹੜੀ ਸਾਖੀ ਹੈ ਉਹ ਅਸੀਂ ਆਪਾਂ ਪੂਰੀ ਕਰਦੇ ਹਾਂ ਪਹਿਲਾਂ, ਫਿਰ ਗੁਰੂ ਸਾਹਿਬ ਦੀ ਸਾਖੀ ਅੱਗੇ ਛੋਹਾਂਗੇ ਬਾਅਦ ਵਿੱਚ। ਰਾਏ ਇਕੱਲੇ ਵੱਲ ਆਪ ਦਾ ਧਿਆਨ ਲਾਓ। ਇੱਥੇ ਵੀ ਮੈਂ ਗਿਆ, ਇੱਥੋਂ ਲੁਧਿਆਣਾ, ਅਤੇ ਲੁਧਿਆਣੇ ਤੋਂ ਮੁੱਲਾਂਪੁਰ ਦਾਖਾਂ ਤੋਂ ਸੜਕ ਪਾੜਦੀ ਹੈ। ਲੁਧਿਆਣਾ ਅਤੇ ਮੋਗਾ ਦੀ ਸੜਕ ਤੋਂ ਮੁੱਲਾਂਪੁਰ ਦਾਖਾਂ ਤੋਂ ਖੱਬੇ ਹੱਥ ਸੜਕ ਪਾੜਦੀ ਹੈ, ਰਾਏਕੋਟ ਜਾਂਦੀ ਹੈ। ਉੱਥੇ ਹੀ ਰਾਏ ਇਕੱਲੇ ਦਾ ਦੇਸ਼ ਸੀਗਾ, ਕੋਟ ਨਾਮ ਹੈ ਕਿਲ੍ਹੇ ਦਾ। ਉੱਥੇ ਗੁਰਦੁਆਰਾ ਸਾਹਿਬ ਬੜਾ ਸੋਹਣਾ ਬਣਿਆ ਹੋਇਆ, ਰਾਏਕੋਟ ਬਿਲਕੁਲ ਮੇਨ ਰੋਡ ਦੇ ਉੱਪਰ। ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ, ਅਤੇ ਉੱਥੋਂ ਦੀ ਇਹ ਸਾਰੀ ਸਾਖੀ ਹੈ। ਸੁਣੇ ਹੈ ਸਰੋਤਾ ਪ੍ਰੀਤ ਧਾਰ, ਕਰ ਹਉ ਅਬ ਹੈ ਉਚਾਰ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਰਾਏ ਇਕੱਲੇ ਦਾ ਪ੍ਰਸੰਗ ਕੁਝ ਕੁ ਪੈਂਡਿੰਗ ਹੈ, ਉਹ ਪਹਿਲਾਂ ਆਪਾਂ ਸੰਪੂਰਨ ਕਰ ਲਈਏ। ਪਿਆਰ ਦੇ ਨਾਲ ਸੁਣੋ। ਚੌਪਈ ਹਰਖਿਓ ਰਾਏ ਸਦਨ ਲੈ ਆਇਓ। ਜਿਹੜਾ ਰਾਏ ਇਕੱਲਾ ਸੀ ਉਹ ਸ੍ਰੀ ਸਾਹਿਬ ਲੈ ਕੇ ਬੜਾ ਖੁਸ਼ ਹੋਇਆ ਅਤੇ ਆਪਦੇ ਘਰ ਆ ਗਿਆ। ਸੁੰਦਰ ਏਕ ਪਰੇ ਪ੍ਰਿਅੰਕ ਡਸਾਇਓ। ਬੜਾ ਸੋਹਣਾ
ਪਲੰਗਾ ਸਾਹਿਬ ਉਹਨੇ ਢਾਇਆ ਹੈ। ਚਾਰ ਬਿਛੌਨਾ ਉਪਰ ਛਾਏ, ਬੜਾ ਸੁੰਦਰ ਵਿਛੌਨਾ ਉਹਦੇ ਉੱਪਰ ਉਸਨੇ ਵਿਛਾਇਆ। ਪੂਜਨ ਸੌਜ ਲਿਆਏ ਸਮੁਦਾਏ, ਅਤੇ ਪੂਜਾ ਦੀ ਸਾਰੀ ਸਮੱਗਰੀ ਉਹ ਲੈ ਕਰਕੇ ਆਇਆ ਹੈ। ਸ਼ਸਤਰ ਦਾ ਸਤਿਕਾਰ ਸਿੱਖਣਾ ਹੋਵੇ ਤੇ ਹਜੂਰ ਸਾਹਿਬ ਜਾ ਕੇ ਸਿੱਖ ਕੇ ਆਓ। ਮੈਂ ਕਈ ਵਾਰ ਬਚਨ ਸੁਣਾਇਆ, ਕਥਾ ਕਰਦਿਆਂ ਸਾਡਾ ਸੁਭਾਵ ਹੈ ਪੀੜੇ ਥੱਲੇ ਮੈਂ ਕਿਰਪਾਨ ਰੱਖ ਦਿੱਤੀ। ਕਥਾ ਕਰਦਿਆਂ ਸੇਵਾਦਾਰ ਭੱਜਾ ਆਇਆ, ਉਹਨੇ ਕਿਰਪਾਨ ਚੁੱਕੀ ਅਤੇ ਲਾਗੇ ਇੱਕ ਪੀੜਾ ਸਾਹਿਬ ਖਾਲੀ ਪਿਆ ਸੀਗਾ, ਉਹਦੇ 'ਤੇ ਰੱਖ ਕੇ ਮੇਰੇ ਕੰਨ 'ਚ ਕਹਿ ਕੇ ਗਿਆ ਵੀ ਗਿਆਨੀ ਜੀ ਇਹਨੂੰ ਪੈਰਾਂ 'ਚ ਨਹੀਂ ਰੱਖੀਦਾ। ਤੁਸੀਂ ਵੇਖੋ ਵੀ ਸੱਚਖੰਡ ਹਜੂਰ ਸਾਹਿਬ ਉੱਚੇ ਥੜੇ 'ਤੇ ਸ਼ਸਤਰ ਨੇ ਅਤੇ ਗੁਰੂ ਜੀ ਦੀ ਪਾਲਕੀ ਹੇਠਾਂ ਹੈ, ਭੁੰਜੇ ਹੈ, ਮਾਫ ਕਰਨਾ, ਉਹ ਅਗਲੇ ਪਾਸੇ ਹੈ। ਸ਼ਸਤਰ ਉੱਚੇ ਟੰਮਣੇ 'ਤੇ ਚਾੜ ਕੇ ਰੱਖੇ ਨੇ। ਕੇਸਗੜ੍ਹ ਸਾਹਿਬ ਵੀ ਤੁਸੀਂ ਜਾ ਕੇ ਵੇਖੋ, ਪਾਲਕੀ ਠਾਂ ਹੈ ਅਗਲੇ ਪਾਸੇ ਅਤੇ ਸ਼ਸਤਰ ਉੱਚੇ ਹਨ। ਕਿਉਂ? ਕਿਉਂਕਿ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਦੇ ਹੁੰਦਿਆਂ ਆਪ ਤੋਂ ਉੱਚੇ ਰੱਖਦੇ ਰਹੇ ਨੇ। ਇਉਂ ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭਿਅੰ ਨਮਸਕਾਰ ਤੇਅੰ। ਜਿਹੜਾ ਬੱਚਾ ਆਪ ਦੀ ਬੁੱਕ ਦਾ ਸਤਿਕਾਰ ਨਹੀਂ ਕਰਦਾ ਉਹਨੂੰ ਕਦੀ ਕਹਿੰਦੇ ਪੜ੍ਹਾਈ ਨਹੀਂ ਆਉਂਦੀ। ਟੀਚਰ ਇਹ ਗੱਲ ਸਿਖਾਉਂਦੇ ਨੇ, ਉਹ ਨਿਆਣੇ ਬਸਤੇ ਦੇ ਉੱਪਰ ਹੀ ਬੈਠ ਜਾਂਦੇ, ਟੀਚਰ ਸਮਝਾਉਂਦੇ ਭਾਈ ਸਤਿਕਾਰ ਕਰੋ। ਜਿਹੜਾ ਸੂਰਮਾ ਸ਼ਸਤਰ ਦਾ ਸਤਿਕਾਰ ਨਹੀਂ ਕਰਦਾ ਉਹ ਕਦੀ ਜਿੱਤ ਨਹੀਂ ਸਕਦਾ। ਇਸ ਲਈ ਗੁਰੂ ਜੀ ਮਹਾਰਾਜ ਨੇ ਸ਼ਸਤਰ ਦਾ ਅਤੇ ਗ੍ਰੰਥ ਦਾ ਸਤਿਕਾਰ ਕਰਨਾ ਸਿਖਾਇਆ। ਉਹ ਵੇਖੋ ਸੱਜੇ ਪਾਸੇ ਜਿਹੜੀ ਸਾਡੀ ਰੋਜੀ ਰੋਟੀ ਹੈ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ। ਸੁੰਦਰ ਸੋਹਣੇ ਰੰਗੀ ਸੰਦੂਕੜੀ ਦੇ ਵਿੱਚ ਸਾਡੀਆਂ ਪੋਥੀਆਂ ਬਿਰਾਜਮਾਨ ਨੇ ਅਤੇ ਸ਼ਸਤਰ ਬੜੇ ਸਤਿਕਾਰ ਨਾਲ ਮਹਾਰਾਜ ਦੇ ਅੱਗੇ ਸੁਸ਼ੋਭਿਤ ਹਨ। ਸੋ ਇਹਨਾਂ ਦਾ ਦਿੱਤਾ ਆਪਾਂ ਖਾਂਦੇ ਹਾਂ। ਰਾਜ ਭਾਗ ਜੋ ਵੀ ਸੁੱਖ ਮਾਣ ਰਹੇ ਹਾਂ, ਇਹਨਾਂ ਇਤਿਹਾਸ ਅਤੇ ਗੁਰਬਾਣੀ ਦੀ ਬਦੌਲਤ ਅਤੇ ਸ਼ਸਤਰਾਂ ਦੀ ਬਦੌਲਤ। ਇਸ ਵਾਸਤੇ ਸ਼ਸਤਰ ਦਾ ਸਤਿਕਾਰ ਜਿਸ ਘਰ ਦੇ ਵਿੱਚ ਵੀ ਹੈ ਅਤੀ ਹੋਣਾ ਚਾਹੀਦਾ ਹੈ। ਅਤਰ ਫੂਲ ਕੀ ਮਾਲ ਵਿਸਾਲਾ, ਅਤਰ ਅਤੇ ਫੁੱਲਾਂ ਦੀ ਮਾਲਾ ਉਹਨੇ ਲਿਆ ਕੇ ਰੱਖੀ। ਚੰਦਨ ਅਤ ਸੁੰਦਰ ਗੰਧਾਲਾ, ਬੜੀ ਸੁਗੰਧੀ ਵਾਲਾ ਚੰਦਨ ਲਿਆਂਦਾ। ਧੂਪ ਤੁਖਾਏ ਆਰਤੀ ਕੀਨ, ਧੂਪ ਤੁਖਾ ਕੇ ਆਰਤੀ ਉਚਾਰੀ ਹੈ। ਚੰਦਨ ਚਰਚਿਤ ਸਨ ਸੁਨ ਸੁਮਨ ਸੁਮਨਸ ਲੀਨ, ਸੁਮਨਸ ਨਾਮ ਹੈ ਫੁੱਲਾਂ ਦਾ। ਚੰਦਨ ਦੀ ਸੁਗੰਧੀ ਛਿੜਕੀ ਅਤੇ ਜਿਹੜੇ ਫੁੱਲ ਸਨ ਉਹ ਕਿਰਪਾਨ ਦੇ ਅੱਗੇ ਭੇਟਾ ਕੀਤੇ। ਤਿਸ ਪਰੇ ਅੰਕ ਪਰ ਖੜਗ ਟਿਕਾਇਓ, ਉਸ ਪਲੰਗੇ ਸਾਹਿਬ ਦੇ ਉੱਪਰ ਕਿਰਪਾਨ ਨੂੰ ਟਿਕਾਇਆ। ਸੋਹੀਆਂ ਦਾ ਇੱਕ ਗਿਆਨੀ ਸੁਰਿੰਦਰ ਸਿੰਘ ਮੇਰੇ ਨਾਲ ਪਾਠ ਕਰਾਉਂਦਾ ਹੁੰਦਾ, ਗ੍ਰਸਤੀ ਸਿੰਘ, ਹੁਣ ਅਨੰਦਪੁਰ ਸਾਹਿਬ ਰਹਿੰਦਾ। ਉਹਨੇ ਮੈਨੂੰ ਸਾਖੀ ਸੁਣਾਈ ਵੀ ਮੇਰੇ ਦਾਦੇ ਦੀ ਕਿਰਪਾਨ ਅਜੇ ਵੀ ਮੇਰੀ ਕਹਿੰਦੇ ਭੂਆ ਕੋਲ ਹੈ। ਉਹਨੇ ਸੇਵਾ ਕੀਤੀ ਦਾਦੇ ਦੀ ਅਤੇ ਉਹ ਲੈ ਗਈ। ਉਹ ਕਿਰਪਾਨ ਦੇ ਕਹਿੰਦੇ ਮੇਰੇ ਦਾਦੇ ਨੇ 1.25 ਲੱਖ ਮੂਲ ਮੰਤਰ ਪੜ੍ਹਿਆ। ਕਿਰਪਾਨ ਮਿਆਨ 'ਚੋਂ ਕੱਢ ਕੇ ਸਿਰਹਾਣੇ ਰੱਖ ਕੇ ਮੂਲ ਮੰਤਰ ਸੁਣਾਇਆ ਕਿਰਪਾਨ ਨੂੰ। ਉਹਦੇ 'ਚ ਕਹਿੰਦੇ ਇੰਨੀ ਮਹਾਰਾਜ ਦੀ ਬਖਸ਼ਿਸ਼ ਭਰ ਗਈ ਵੀ ਜਦੋਂ ਵੀ ਕਿਤੇ ਕੋਈ ਲੜਾਈ ਹੋਣੀ, ਆਂਢ ਗੁਆਂਢ ਗਲੀ ਬਾਜ਼ਾਰ ਘਰ ਬਾਰ 'ਚ ਕਿਰਪਾਨ ਚਲਾਉਣ ਦੀ ਲੋੜ ਨਹੀਂ ਸੀ ਪੈਂਦੀ। ਕਿਰਪਾਨ ਨੂੰ ਕੱਢ ਕੇ ਦਰਸ਼ਨ ਕਰਾ ਦੇਈਦੇ ਸੀ ਲੜਾਈ ਵਾਲਿਆਂ ਨੂੰ ਵੀ ਆਹ ਵੇਖ ਲਓ ਭਾਈ। ਉਸੇ ਵਕਤ ਹੀ ਕੋਈ ਨਾ ਕੋਈ ਬਹਾਨਾ ਬਣਦਾ, ਲੜਾਈ ਛਿੰਨ ਬਿੰਨ ਹੋ ਜਾਂਦੀ। ਕਲਗੀਧਰ ਜੀ ਨੇ 5 ਤੀਰ ਬਖਸ਼ੇ ਸੀ ਬੰਦੇ ਬਹਾਦਰ ਨੂੰ। ਉਹਨੇ ਸਾਰੇ ਪੰਜਾਬ ਦੇ ਤੁਰਕਾਂ ਦੀਆਂ ਗੋਡੀਆਂ ਲਵਾ ਛੱਡੀਆਂ। ਇੰਨੀ ਤੜਥੱਲੀ ਮਚਾਈ, ਕੰਨਾਂ ਨੂੰ ਹੱਥ ਲਵਾਏ ਉਹਨਾਂ ਸਾਰਿਆਂ ਦੇ, ਧੂ ਪੂਛਾਂ ਤੋਂ ਘੁਮਾ ਉਹਨਾਂ ਨੂੰ ਮਾਰਿਆ। 5 ਤੀਰਾਂ 'ਚ ਇੰਨੀ ਬਖਸ਼ਿਸ਼ ਭਰ ਦਿੱਤੀ। ਅਤੇ ਇਸ ਵਾਸਤੇ ਜਿਹੜੇ ਸ਼ਸਤਰ ਨੇ ਵਾਹਿਗੁਰੂ ਜੀ ਨੇ ਸਭ ਤੋਂ ਪਹਿਲਾਂ ਕਹਿੰਦੇ ਖੰਡਾ ਬਣਾਇਆ ਹੈ, ਜਿਹੜਾ ਨਿਸ਼ਾਨ ਸਾਹਿਬ ਦੇ ਉੱਪਰ ਖੜਾ ਹੈ। ਪ੍ਰਥਮੇ ਖੰਡਾ ਸਾਜਕ ਜਿਨ ਸਭ ਸਹਿਸਾਰ ਉਪਾਇਆ। ਪੂਜੈ ਸ਼ਰਧਾ ਭਾਵ ਵਧਾਇਓ, ਸ਼ਰਧਾ ਭਾਵਨਾ ਵਧਾ ਕੇ ਉਹ ਕਿਰਪਾਨ ਦੀ ਪੂਜਾ ਕਰ ਰਿਹਾ ਹੈ। ਦੀਪਕ ਘ੍ਰਿਤ ਪਾਏ ਨਿਤ ਜਾਰੇ, ਦੇਸੀ ਘਿਓ ਦਾ ਦੀਵਾ ਖਿਆਲ ਕਰਨਾ।
ਜਿਹੜਾ ਸਰੋਂ ਦੇ ਤੇਲ ਦਾ ਦੀਵਾ ਹੈ ਇਹ ਪੀਰਾਂ ਦੀ ਕਬਰ 'ਤੇ ਜਗਦਾ ਹੈ। ਸ਼ਹੀਦਾਂ ਦੀ ਜਿਹੜੀ ਜੋਤ ਹੈ, ਸ਼ਹੀਦਾਂ ਦਾ ਦੀਵਾ, ਗੁਰੂ ਘਰ ਦਾ ਦੀਵਾ ਦੇਸੀ ਘਿਓ ਵਾਲਾ ਹੈ, ਇਸ ਲਈ ਸਰੋਂ ਦੇ ਤੇਲ ਦਾ ਦੀਵਾ ਨਹੀਂ ਮੰਨਿਆ ਜਾਂਦਾ। ਸਰੋਂ ਦਾ ਤੇਲ ਪ੍ਰਵਾਨ ਨਹੀਂ ਹੈ। ਗੁਰੂ ਘਰ ਦੇ ਵਿੱਚ ਦੇਸੀ ਘਿਓ ਦੀ ਜੋਤ, ਦੇਸੀ ਘਿਓ ਦਾ ਦੀਵਾ ਜਗਦਾ, ਉਹ ਸ਼ਸਤਰ ਕਿਰਪਾਨ ਦੇ ਅੱਗੇ ਜਗਾਉਂਦਾ ਹੈ। ਜਿੱਥੇ ਜੋਤ ਹੋਵੇ ਉੱਥੇ ਸ਼ਹੀਦੀ ਰੂਹਾਂ ਆ ਕੇ ਹਾਜ਼ਰ ਹੁੰਦੀਆਂ ਹਨ। ਨਿਤ ਹੀ ਫੂਲ ਮਾਲ ਕੋ ਚਾਰੇ, ਅਤੇ ਨਿਤ ਪ੍ਰਤੀ ਫੁੱਲਾਂ ਦੀ ਮਾਲਾ ਕਿਰਪਾਨ ਉੱਪਰ ਚਾੜਦਾ ਹੈ। ਖੀਨ ਖਾਫ ਕੀ ਤੂਲ ਰਜਾਈ, ਜਦੋਂ ਠੰਡ ਆਉਂਦੀ ਹੈ ਤੇ ਖੀਨ ਖਾਪ ਇੱਕ ਬੜਾ ਰੇਸ਼ਮ ਤੋਂ ਵੀ ਵਧੀਆ ਸੁੰਦਰ ਵਸਤਰ ਮੰਨਿਆ ਹੈ, ਤੇ ਖੀਨ ਖਾਬ ਦੇ ਕੱਪੜੇ ਦੀ ਬਣੀ ਹੋਈ ਰੂਹ ਭਰੀ ਰਜਾਈ ਦਿੰਦਾ ਹੈ। ਹਿਮ ਰੁੱਤ ਮੈਂ ਅਸ ਉਪਰ ਪਾਈ, ਸਿਆਲੇ ਦੀ ਰੁੱਤ ਦੇ ਵਿੱਚ ਤਲਵਾਰ ਦੇ ਉੱਪਰ ਪਾਉਂਦਾ ਸੀ। ਰਹਿ ਅੰਗੀਠੀ ਆਗੇ ਧਰੀ, ਅਤੇ ਇਹ ਅੰਗੀਠੀ ਦੇ ਅੱਗੇ ਧਰੀ ਰਹਿੰਦੀ ਸੀ, ਮਤਲਬ ਠੰਡ ਨਾ ਲੱਗੇ। ਇਉਂ ਗੁਰੂ ਸਾਹਿਬ ਦਾ ਪ੍ਰਗਟ ਰੂਪ ਜਾਣ ਕੇ ਜਿਹੜੀ ਭਗਉਤੀ ਹੈ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸਿਮਰਿਆ ਹੈ, ਤੋ ਗੁਰੂ ਸਾਹਿਬ ਦਾ ਰੂਪ ਜਾਣ ਕੇ ਸਤਿਕਾਰ ਕਰਦਾ। ਫਿਰ ਹੈ ਚੌਰ ਸੁੰਦਰ ਸਭ ਘੜੀ, ਸਭ ਘੜੀ ਸੁੰਦਰ ਚੌਰ ਸਾਹਿਬ ਉਹਦੇ 'ਤੇ ਫੇਰਦਾ ਹੈ। ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ, ਜੋ ਹਜੂਰ ਸਾਹਿਬ ਸੱਚਖੰਡ ਦੇ ਜਥੇਦਾਰ ਨੇ, ਉਹਨਾਂ ਦੀ ਡਿਊਟੀ ਹੋਈ ਇਹ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੌਰ ਕਰਨ ਦੀ ਡਿਊਟੀ ਗ੍ਰੰਥੀਆਂ ਵੱਖਰਿਆਂ ਦੀ ਹੈ। ਸਿੰਘ ਸਾਹਿਬ ਇਕੱਲਾ ਉਹਦੀ ਡਿਊਟੀ ਹੈ ਸ਼ਸਤਰਾਂ ਦੇ ਚੌਰ ਕਰਨ ਦੀ, ਔਰ ਉਹ ਖੜੀ ਲੱਤ ਬਹਿੰਦਾ ਨਹੀਂ ਹੈ। ਮਹਾਰਾਜ ਦੀ ਜੁਰੀ 'ਚ ਤਾਂ ਆਪਾਂ ਬੈਠ ਵੀ ਸਕਦੇ ਹਾਂ। ਉਹ ਖੜੀ ਲੱਤ ਚਾਰ ਸਵੇਰੇ ਨਾਲੇ ਪਰਿਕਰਮਾ ਕਰਦਾ ਰਹਿੰਦਾ, ਨਾਲੇ ਚੌਰ ਕਰਦਾ ਰਹਿੰਦਾ, ਨਾਲੇ ਚੌਪਈ ਸਾਹਿਬ ਦੇ ਪਾਠ ਪੜ੍ਹਦਾ ਹੈ। ਸੋ ਸ਼ਸਤਰਾਂ ਦੇ ਚੌਰ ਕਰਨ ਦੀ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਕਲਗੀਧਰ ਮਹਾਰਾਜ ਨੇ ਬੰਨੀ ਹੈ। ਗਿਰੀਖਮ ਰੁੱਤ ਮੈਂ ਪੋਸਿਸ ਧਰੀ, ਗਰਮੀ ਦੀ ਰੁੱਤ ਵਿੱਚ ਰੇਸ਼ਮ ਦਾ ਬਨਾਰਸੀ ਦੁਪੱਟਾ ਪਹਿਨਾਉਂਦਾ ਸੀ। ਪੱਟ ਬਨਾਰਸੀ ਦੁਪੱਟਾ ਜਰੀ, ਸੋ ਬਨਾਰਸ ਦਾ ਬਣਿਆ ਹੋਇਆ ਜ਼ਰੀਦਾਰ ਦੁਪੱਟਾ ਪਹਿਨਾਉਂਦਾ। ਘਨੀ ਸੁਗੰਧ ਅਤਰ ਤੇ ਆਦ, ਬਹੁਤ ਪ੍ਰਕਾਰ ਦੀਆਂ ਸੁਗੰਧੀਆਂ ਅਤੇ ਅਤਰ ਫੁਲੇਲ ਭੇਟ ਕਰਦਾ ਸੀ। ਨਿਤ ਪ੍ਰਤ ਪੂਜੈ ਕਰ ਅਹਿਲਾਦ, ਸੋ ਨਿਤ ਪ੍ਰਤੀ ਆਨੰਦ ਦੇ ਸਹਿਤ ਸ੍ਰੀ ਸਾਹਿਬ ਦੀ ਪੂਜਾ ਕਰਦਾ। ਬਾਇਓ ਕਰਹਿ ਬਿਜਨਾ ਕੋ ਫੇਰੈ, ਗਰਮੀ ਰੁੱਤ ਦੇ ਵਿੱਚ ਪੱਖਾ ਫੇਰ ਕੇ ਹਵਾ ਚੱਲਦਾ। ਇਸ ਬਿਦ ਧਾਰੈ ਭਾਉ ਵਡੇਰੈ, ਇਸ ਵਿਧੀ ਦੇ ਨਾਲ ਬਹੁਤ ਪ੍ਰੇਮ ਧਾਰਦਾ। ਬੈ ਕੋ ਭੋਗ ਭਾਉ ਨਿਤ ਲੋਰ, ਸੋ ਇਉਂ ਸਾਧ ਸੰਗਤ ਜੀ ਆਪਣੀ ਉਮਰ ਭੋਗ ਕੇ ਰਾਈ ਕੱਲਾ ਜਿਹੜਾ ਸੀ, ਕੱਲੇ ਰਾਏ ਦਇਓ ਤਨ ਸ਼ੋਰ, ਰਾਈ ਕੱਲੇ ਨੇ ਆਪ ਦਾ ਸਰੀਰ ਛੱਡ ਦਿੱਤਾ। ਤਿਸ ਪਾਛੈ ਸੁਤ ਗਾਦੀ ਬੈਸਾ, ਉਹਦੇ ਤੋਂ ਪਿੱਛੋਂ ਉਹਦਾ ਪੁੱਤਰ ਗੱਦੀ ਦੇ ਉੱਪਰ ਬੈਠਿਆ। ਧਰਿਓ ਭਾਉ ਗੁਰ ਅਸ ਮਹਿ ਤੈਸਾ, ਉਹਨੇ ਵੀ ਆਪਦੇ ਪਿਓ ਦੀ ਤਰ੍ਹਾਂ ਗੁਰੂ ਮਹਾਰਾਜ ਦਾ ਰੂਪ ਜਾਣ ਕੇ ਸ੍ਰੀ ਸਾਹਿਬ ਉੱਪਰ ਪ੍ਰੇਮ ਕੀਤਾ। ਅਨਕ ਭਾਂਤ ਕੀ ਪੂਜਾ ਕਰੈ, ਅਨੇਕ ਤਰ੍ਹਾਂ ਦੀ ਪੂਜਾ ਸਤਿਕਾਰ ਕਰਦਾ। ਸੀਸ ਨਿਵਾਵੈ ਸ਼ਰਧਾ ਧਰੈ, ਸ਼ਰਧਾ ਧਾਰ ਕੇ ਕਿਰਪਾਨ ਨੂੰ ਸੀਸ ਨਿਵਾਉਂਦਾ। ਸੋਪੀ ਭੋਗ ਆਰ ਬਲ ਪਰੇ ਮਰਿਓ, ਉਹ ਵੀ ਆਪ ਦੀ ਉਮਰ ਭੋਗ ਕਰਕੇ ਤੇ ਚੜ੍ਹਾਈ ਕਰ ਗਿਆ। ਤਿਸ ਪੋਤਰਾ ਗਾਦੀ ਪਰ ਥਰਿਓ, ਰਾਈ ਕੱਲੇ ਦਾ ਪੁੱਤਰ ਗੱਦੀ ਦੇ ਉੱਪਰ ਬੈਠਾ। ਸੰਗਤ ਪਾਏ ਮੁਲਾਨਨ ਕੇਰੀ, ਮੁੱਲਾਂ ਕਾਜੀਆਂ ਵਿਗੜਿਆਂ ਬੰਦਿਆਂ ਦੀ ਕੋ ਸੰਗਤ ਦੇ ਵਿੱਚ ਉਹ ਬੈਠ ਗਿਆ। ਬਿਖਰਿਓ ਸ਼ਰਧਾ ਘਟੀ ਕਨੇਰੀ, ਉਹਦੀ ਸ਼ਰਧਾ ਵਿਖੜ ਗਈ ਤੇ ਘਟ ਗਈ। ਮਿਲੈ ਤੁਰਕ ਗਨ ਤਰਕ ਉਚਾਰਹਿ, ਬਹੁਤ ਤੁਰਕ ਆ ਕੇ ਉਹਨੂੰ ਮਿਲਦੇ
ਅਤੇ ਕਹਿੰਦੇ ਸਨ ਇਹੋ ਕਾਫਰ ਕੀ ਰੀਤ ਵਿਚਾਰ ਹੈ। ਕਿ ਇਹ ਹੈ ਤਾਂ ਮੁਸਲਮਾਨ ਪਰ ਕਾਫਰਾਂ ਵਾਂਗ ਬੁੱਤ ਪ੍ਰਸਤੀ ਕਰਦਾ ਹੈ। ਹਿੰਦਨ ਗੁਰ ਕੇ ਸਿੱਖ ਤੁਮ ਰਹੇ। ਤੁਸੀਂ ਹਿੰਦੂ ਗੁਰੂ ਦੇ ਹੀ ਸਿੱਖ ਬਣੇ ਰਹੇ ਹੋ। ਬਹਿਰ ਸ਼ਰਾ ਤੇ ਪੁਸਤਨ ਲਹੇ। ਪੁਸ਼ਤਾਂ ਤੋਂ ਸ਼ਰਾਂ ਤੋਂ ਤੁਸੀਂ ਬਾਹਰ ਰਹੇ ਹੋ। ਦੋਜਕ ਪਰੋ ਅਗਾਰੀ ਜਾਏ। ਇਸ ਲਈ ਅੱਗੇ ਜਾ ਕੇ ਦੋਜਕਾਂ ਦੇ ਵਿੱਚ ਪਵੋਗੇ। ਕਿਆਮਤ ਮੈਂ ਤੁਮ ਲਿਓ ਸਜਾਏ। ਅਤੇ ਕਿਆਮਤ ਵਾਲੇ ਦਿਨ ਤੁਸੀਂ ਸਜ਼ਾ ਪ੍ਰਾਪਤ ਕਰੋਗੇ। ਕਿਆਮਤ ਮਹਾਂਪਰਲੋ ਨੂੰ ਕਹਿੰਦੇ ਨੇ। ਮੁਸਲਮਾਨਾਂ ਦਾ ਇਹ ਮੰਨਣਾ ਹੈ ਕਿ ਜਦ ਕਿਆਮਤ ਆਵੇਗੀ ਤਾਂ ਸਾਰੇ ਮੁਰਦੇ ਕਬਰਾਂ 'ਚ ਉੱਠ ਕੇ ਖੜੇ ਹੋਣਗੇ ਅਤੇ ਮੁਹੰਮਦ ਉਹਨਾਂ ਦੀ ਸਿਫਾਰਿਸ਼ ਪਾਉਣਗੇ ਜਿਹੜੇ ਸ਼ਹਿਰਾਂ ਦੇ ਵਿੱਚ ਰਹੇ ਹਨ। ਨੀਕੋ ਖੜਗ ਗਰੇ ਨ ਪਾਵੋ। ਅਤੇ ਜਿਹੜੇ ਸ਼ਹਿਰਾਂ ਤੋਂ ਬਾਹਰ ਨੇ ਉਹ ਦੋਜਕਾਂ ਦੀ ਅੱਗ 'ਚ ਪੈਣਗੇ। ਇਸ ਲਈ ਇਹ ਚੰਗੀ ਤਲਵਾਰ ਨੂੰ ਤੁਸੀਂ ਗਲ ਵਿੱਚ ਕਿਉਂ ਨਹੀਂ ਪਾਉਂਦੇ ਹੋ। ਨਿਸ ਦਿਨ ਧਰੇ ਪ੍ਰਿਅੰਕ ਪੁਜਾਵਹੋ। ਦਿਨ ਰਾਤ ਇਹਨੂੰ ਪਲੰਘ 'ਤੇ ਰੱਖ ਕੇ ਪੂਜਦੇ ਹੋ। ਗਿਆਨੀ ਮਹਿਲ ਸਿੰਘ ਜੀ ਕਵੀਸ਼ਰ ਮਹਾਰਾਜ ਦੀ ਹਜ਼ੂਰੀ 'ਚ ਪਹੁੰਚੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਸਿਰ 'ਤੇ ਮਿਹਰ ਭਰੇ ਹੱਥ ਰੱਖਣ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ। ਜੋ ਕੌਮ ਦੀ ਅਤੇ ਧਰਮ ਦੀ ਸੇਵਾ ਚੜ੍ਹਦੀ ਕਲਾ ਸਹਿਤ ਨਿਭਾਉਂਦੇ ਰਹਿਣ। ਇਤਿਆਦਕ ਤਹਿ ਬਹੁ ਸਮਝਾਇਓ। ਇੰਝ ਉਹਨੂੰ ਬਹੁਤ ਸਮਝਾਇਆ। ਰਾਏ ਪੌਤਰ ਲੈ ਗਲ ਮੈਂ ਪਾਇਓ। ਤੇ ਰਾਏ ਕੱਲੇ ਦੇ ਪੋਤਰੇ ਨੇ ਉਸ ਤਲਵਾਰ ਨੂੰ ਲੈ ਕੇ ਆਪਣੇ ਗਲ ਵਿੱਚ ਪਾ ਲਿਆ। ਤਿਸ ਹੀ ਦਿਨ ਸੋ ਚੜਿਓ ਅਖੇਰਾ। ਉਸੇ ਦਿਨ ਹੀ ਉਹ ਸ਼ਿਕਾਰ ਖੇਡਣ ਗਿਆ। ਕਿਮ ਰਹਿ ਸਕੈ ਕਾਲ ਜੋ ਪ੍ਰੇਰਾ। ਉਹ ਕਿਵੇਂ ਬਚ ਸਕਦਾ ਸੀ ਜਿਸ ਨੂੰ ਕਿ ਕਾਲ ਨੇ ਪ੍ਰੇਰਿਆ ਹੋਇਆ ਹੈ। ਬਹਿਰ ਝੀਲ ਵੱਡ ਮਹਿ ਜਬ ਗਇਓ। ਬਾਹਰ ਵੱਡੀ ਝੀਲ ਵਿੱਚ ਜਾਦੋ ਗਿਆ। ਨਿਕਸਿਓ ਮਿਰਗ ਅਵਲੋਕਤ ਭਇਓ। ਇੱਕ ਹਰਨ ਨਿਕਲੇ ਦੇ ਨੂੰ ਉਸਨੇ ਵੇਖ ਲਿਆ। ਸਕਲ ਸੈਨ ਕੋ ਥਿਰ ਤਹਿ ਕਰਕੇ। ਸਾਰੀ ਸੈਨਾ ਨੂੰ ਉੱਥੇ ਖੜੀ ਕਰਕੇ। ਗਇਓ ਇਕਾਂਕੀ ਗਰਭ ਸੋ ਧਰ ਕੇ। ਹੰਕਾਰ ਧਾਰ ਕੇ ਇਕੱਲਾ ਹੀ ਉਹਦੇ ਪਿੱਛੇ ਚਲਾ ਗਿਆ। ਭਇਓ ਨੇਰ ਤਰਵਾਰ ਨਿਕਾਰੀ। ਜਦ ਹਿਰਨ ਦੇ ਨੇੜੇ ਹੋਇਆ ਤਾਂ ਉਹਨੇ ਉਹੀ ਤਲਵਾਰ ਕੱਢੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਸੀ। ਝੁੱਕ ਝਟਪਟ ਮਿਰਗ ਉੱਪਰ ਜਾ ਝਾਰੀ। ਝੁੱਕ ਕੇ ਝਟਪਟ ਹਿਰਨ ਦੇ ਉੱਪਰ ਮਾਰ ਦਿੱਤੀ। ਸੋ ਬਚ ਗਇਓ ਛਾਲ ਕਰ ਆਗੀ। ਜਿਹੜਾ ਤਲਵਾਰ ਤੇ ਗੋਲੀਆਂ ਹੈ, ਮੇਰੇ ਵਰਗਾ ਬੁੱਧੂ ਬੰਦਾ ਇਹਨੂੰ ਨਹੀਂ ਚਲਾ ਸਕਦਾ। ਇਹ ਜਦੋਂ ਵੀ ਬੰਦਾ ਘੁਮਾਉਂਦਾ ਜਾਂ ਚਲਾਉਂਦਾ ਹੈ ਆਪਦੀ ਉਹ ਲੱਤ ਜਾਂ ਬਾਂਹ ਵੱਢੀ ਜਾਂਦੀ ਹੈ। ਇਹ ਬਹੁਤ ਜ਼ਿਆਦਾ ਭੁਲੇਖਾ ਪੈਂਦਾ, ਖਾਸ ਕਰਕੇ ਗੋਲੀਏ ਦਾ। ਅਤੇ ਉਹ ਜਿਹੜੀ ਤਲਵਾਰ ਸੀਗੀ ਵਾਹਿਗੁਰੂ ਦੀ ਕੁਦਰਤ ਇਹੋ ਜਿਹੀ ਵਰਤੀ ਕਿ ਹਰਨ ਦਾ ਮਾਰ ਕੇ ਛਾਲ ਅੱਗੇ ਲੰਘ ਗਿਆ। ਬਹਿਕ ਹਾਥ ਊਰੂ ਪਰ ਲਾਗੀ। ਤਾਂ ਤਲਵਾਰ ਹੱਥ ਝਟਕ ਕੇ ਮੋਟੇ ਪੱਟ ਦੇ ਜਾ ਵੱਜੀ। ਇੱਕ ਸ਼ਮਸ਼ੇਰ ਸਾਫ਼ ਹੋਏ ਬਹੀ। ਇੰਝ ਮਹਾਰਾਜ ਦੀ ਤਲਵਾਰ ਸੀਗੀ, ਬੜੀ ਤਿੱਖੀ ਸੀ ਉਹਦੀ ਧਾਰ। ਇੰਨੀ ਸਫਾਈ ਦੇ ਨਾਲ ਲੱਗੀ ਕਿ ਸਾਰਾ ਪੱਟ ਜਿਹੜਾ ਸੀ ਕੱਟਿਓ ਊਰੂ ਕੁਛ ਬਾਕੀ ਰਹੀ। ਉਹ ਕੱਟਿਆ ਗਿਆ, ਕੁਝ ਕੀ ਨਾਲ ਬਾਕੀ ਬਚਿਆ ਰਿਹਾ, ਕਿਉਂਕਿ ਪੂਰੇ ਜ਼ੋਰ ਨਾਲ ਇਹਨੇ ਮਾਰੀ। ਤਰ ਗਿਰ ਪਰ ਭਰਿਓ ਤੁਰੰਗ ਡਿੱਗ ਖਰਿਓ। ਘੋੜੇ ਤੋਂ ਥੱਲੇ ਡਿੱਗ ਪਿਆ ਤੇ ਘੋੜਾ ਪਾਸ ਖੜਾ ਹੋ ਗਿਆ। ਸਭ ਸੈਨਾ ਤਬ ਟੋਰਨ ਕਰਿਓ। ਸਾਰੀ ਸੈਨਾ ਫਿਰ ਉਸ ਨੂੰ ਲੱਭਣ ਲੱਗ ਪਈ। ਦੋਹਰਾ ਹਾਏ ਹਾਏ ਮੁਖ ਭਨਤ ਹੈ ਸੁਣ ਆਏ ਸਹਸਾਏ। ਹਾਏ ਹਾਏ ਮੁਖੋਂ ਕਹਿ ਰਹੀ ਹੈ, ਬੜੀ ਕਾਹਲੀ ਨਾਲ ਸੁਣ ਕੇ ਸਾਰੇ ਇਹਦੇ ਫੌਜੀ ਆ ਗਏ। ਕੱਟਿਓ ਪਰਿਓ ਅਵਲੋਕ ਕਰ ਸਿਵਕਾ ਲਿਓ ਚੜਾਏ। ਕੱਟਿਆ ਪਿਆ ਵੇਖ ਕੇ ਉਹਨੂੰ ਫੜ ਕੇ ਪਾਲਕੀ ਵਿੱਚ ਚੜਾ ਲਿਆ। ਨਿਸ਼ਾਨੀ ਛੰਦ ਪੰਥ ਬਿਖੈ ਹੀ ਮਰ ਗਇਓ ਨਹਿ ਕਰ ਲਗ ਆਵਾ। ਇੰਝ ਪਹਿਲੇ ਦਿਨ ਹੀ ਤਲਵਾਰ ਪਾ ਕੇ ਗਿਆ ਗੁਰੂ ਸਾਹਿਬ ਦੀ, ਉਹਦੀ ਬੇਅਦਬੀ ਕੀਤੀ ਤੇ ਘਰ ਨਹੀਂ ਪਹੁੰਚਿਆ, ਰਾਹ ਦੇ ਵਿੱਚ ਹੀ ਮਰ ਮੁਰ ਗਿਆ। ਕਬ ਭਾਖੈ ਹਮ ਅਲਪ ਬੈ ਜਬ ਇਹੋ ਸੁਣ ਪਾਵਾ। ਇਹ ਜਿਹੜਾ ਇਤਿਹਾਸ ਹੈ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਕਵੀ ਜੀ ਕਹਿੰਦੇ ਮੈਂ ਛੋਟੀ ਉਮਰ ਦਾ ਸੀ
ਉਦੋਂ ਹੀ ਮੈਂ ਸਾਰੀ ਸਾਖੀ ਸੁਣੀ। ਜਦੋਂ ਇਹ ਮਰਿਆ, ਗੁਰ ਕਿਰਪਾਨ ਤੇ ਕੱਟ ਮਰਿਓ ਬਨ ਗਏ ਅਖੇਰਾ। ਜਦੋਂ ਇਹ ਮਰਿਆ ਤੇ ਮੈਂ ਛੋਟੀ ਉਮਰ ਦਾ ਸੀ, ਮੇਰੇ ਕੰਨੀ ਇਹ ਸਾਰੀ ਸਟੋਰੀ ਪਈ ਕਿ ਗੁਰੂ ਸਾਹਿਬ ਦੀ ਕਿਰਪਾਨ ਦੇ ਨਾਲ ਸ਼ਿਕਾਰ ਖੇਡਣ ਗਿਆ, ਕੱਟਿਆ ਗਿਆ। ਰਾਜ ਬੰਸ ਅਰ ਤੇਜ ਸਭ ਜੁਤ ਮੂਲ ਅਖੇਰਾ। ਸੋ ਇੰਜ ਵੰਸ਼ ਦਾ ਰਾਜ ਤੇ ਤੇਜ ਜੜ ਮੂਲ ਸਮੇਤ ਉਖੜ ਗਿਆ ਇਸ ਮੂਰਖ ਦੀ ਕਰਤੂਤ ਕਰਕੇ। ਫੁਰਿਓ ਬਾਕ ਸਤਿਗੁਰੂ ਕੋ ਸੁਣ ਸਰੁੱਤ ਦ੍ਰਿਗ ਹੇਰਾ। ਜਿਨ੍ਹਾਂ ਨੇ ਆਪਣੇ ਨੇਤਰਾਂ ਨਾਲ ਵੇਖਿਆ ਸੀ ਉਹਨਾਂ ਪਾਸੋਂ ਅਸੀਂ ਕੰਨੀ ਸੁਣਿਆ ਇੰਜ। ਸੋ ਗੁਰੂ ਮਹਾਰਾਜ ਜੀ ਦਾ ਜਿਹੜਾ ਬਚਨ ਹੈ ਉਹ ਸਫੁਰਨ ਹੋਇਆ। ਏਮ ਤਿਨ ਕੋ ਅਵਸਾਨ ਭਾ ਜਗ ਲਖੈ ਕਨੇਰਾ। ਇੰਜ ਉਹਦੀ ਕੁਲ ਦਾ ਅੰਤ ਹੋਇਆ, ਸਾਰਾ ਜਗਤ ਚੰਗੀ ਤਰ੍ਹਾਂ ਜਾਣਦਾ ਹੈ। ਸੁਨਹੁ ਗੁਰੂ ਕੀ ਵਾਰਤਾ ਦੀਨੇ ਥਿਰ ਹੋਏ। ਹੁਣ ਫਿਰ ਕਲਗੀਧਰ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਉਂਦੇ ਹੋਏ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਮਹਾਰਾਜ ਨੂੰ ਦੀਨੇ ਕਾਂਗੜ ਛੱਡ ਕੇ ਗਏ ਸੀ, ਉੱਥੇ ਫਿਰ ਪਹੁੰਚੋ ਚੁਬਾਰਾ ਸਾਹਿਬ। ਸੇਵੈ ਹੈ ਬਹੁ ਬਿਦ ਪ੍ਰੇਮ ਕਰ ਦਰਸੈ ਸਭ ਕੋਏ। ਸੋ ਬਹੁਤ ਤਰ੍ਹਾਂ ਸੰਗਤ ਦੁੱਧ ਮਿੱਠਾ ਆਦਿਕ ਨਾਲ ਸੇਵਾ ਕਰਦੀ, ਅੰਨ ਧਨ ਮਹਾਰਾਜ ਨੂੰ ਭੇਟਾ ਕਰਦੀ। ਨਿਕਟ ਦੂਰ ਸੁਧ ਕੋ ਸੁਨਹਿ ਸਿੱਖ ਸੰਗਤ ਸਾਰੇ। ਔਰ ਸਾਰੇ ਮਹਾਰਾਜ ਦੇ ਦਰਸ਼ਨ ਕਰਦੇ, ਦੂਰ ਨੇੜੇ ਕੋਈ ਵੀ ਖਬਰ ਸੁਣਦਾ ਸਾਰੀ ਸਿੱਖ ਸੰਗਤ ਪਹੁੰਚਦੀ। ਲਿਆਏ ਅਕੋਰਨ ਜੋਰ ਕਰ ਹੇਰੈ ਸੁਤ ਮੁੱਧ ਧਾਰੇ। ਅਤੇ ਗੁਰੂ ਜੀ ਵਾਸਤੇ ਭੇਟਾਵਾਂ ਲੈ ਕੇ ਆਉਂਦੇ, ਪ੍ਰਸੰਨਤਾ ਧਾਰ ਕੇ ਹੱਥ ਜੋੜ ਕੇ ਗੁਰੂ ਜੀ ਮਹਾਰਾਜ ਦੇ ਦਰਸ਼ਨ ਕਰਦੇ। ਧੰਨ ਗੁਰੂ ਕਰ ਜੰਗ ਕੋ ਲੱਖੋਂ ਰਿਪ ਮਾਰੇ। ਕਹਿੰਦੇ ਨੇ ਗੁਰੂ ਮਹਾਰਾਜ ਤੁਸੀਂ ਧੰਨ ਹੋ, ਜੰਗ ਦੇ ਵਿੱਚ ਲੱਖਾਂ ਹੀ ਦੁਸ਼ਮਣਾਂ ਨੂੰ ਮਾਰ ਮੁਕਾਇਆ। ਸਾਹਿਬਜ਼ਾਦੇ ਰਣ ਮਰੇ ਸੁਰ ਲੋਕ ਸਿਧਾਰੇ। ਆਪਦੇ ਸਾਹਿਬਜ਼ਾਦੇ ਵੀ ਵੇਖੋ ਰਣ ਖੇਤਰ ਦੇ ਵਿੱਚ ਸ਼ਹੀਦੀਆਂ ਪਾ ਗਏ ਤੇ ਦੇਵਤਿਆਂ ਦੇ ਲੋਕ ਸਵਰਗ ਲੋਕ ਵਿੱਚ ਚਲੇ ਗਏ। ਪੁੱਤਰ ਮੋਹ ਜਿਨ ਕੇ ਨਹੀਂ ਇੱਕ ਰਸ ਮਨ ਸ਼ਾਂਤੀ। ਜਿਨ੍ਹਾਂ ਗੁਰਾਂ ਦੇ ਮਨ ਦੇ ਵਿੱਚ ਸਾਹਿਬਜ਼ਾਦਿਆਂ ਦਾ ਰੱਤੀ ਪਰ ਵੀ ਮੋਹ ਨਹੀਂ, ਮਨ ਇੱਕ ਰਸ ਸ਼ਾਂਤ ਹੈ। ਵੱਡੇ ਬਹਾਦਰ ਆਤੁਰਥੀ ਸਤਰੂ ਬਲ ਘਾਤੀ। ਸਾਹਿਬਜ਼ਾਦੇ ਵੀ ਆਮ ਬੱਚੇ ਨਹੀਂ ਸਨ, ਉਹ ਬੜੇ ਆਤਰਥੀ ਸੂਰਮੇ, ਬੜੇ ਬਲ ਵਾਲੇ ਸਨ, ਜਿਨ੍ਹਾਂ ਬੜੇ ਵੈਰੀਆਂ ਨੂੰ ਮਾਰ ਮੁਕਾਇਆ। ਬਸਤਰ ਉਪਾਇ ਨ ਆਨ ਤੇ ਬਹੁ ਦਰਬ ਚੜਾਵੈ। ਇਉਂ ਸੁਣ ਸੁਣ ਕੇ ਸੰਗਤਾਂ ਮਹਾਰਾਜ ਦੀ ਕੁਰਬਾਨੀ ਨਾਲੇ ਦਰਸ਼ਨ ਕਰਨ ਆਉਂਦੀਆਂ, ਨਾਲੇ ਬਸਤਰ ਤੇ ਭੇਟਾਵਾਂ ਹੋਰ ਅਰਪਦੀਆਂ ਹਨ। ਹੈ ਲਗ ਦੀਰਗ ਜੀਨ ਜੁਤ ਗੁਰ ਕੋ ਅਰਪਾਵੈ। ਛੋਟੇ ਵੱਡੇ ਘੋੜੇ ਕਾਠੀਆਂ ਸਮੇਤ ਗੁਰੂ ਜੀ ਮਹਾਰਾਜ ਜੀ ਨੂੰ ਅਰਪਣ ਕਰਦੇ ਨੇ ਲੋਕ। ਚਾਕਰ ਰਾਖੇ ਕਿਤਕ ਤਹਿ ਗੁਰ ਚੜੈ ਅਖੇਰੇ। ਜਦ ਘੋੜੇ ਘਾੜੇ ਆ ਗਏ ਤੇ ਮਹਾਰਾਜ ਸਾਹਿਬ ਉੱਥੇ ਚਾਕਰ ਨੌਕਰ ਰੱਖਣ ਲੱਗ ਪਏ, ਭਾਵ ਫੌਜ ਬਣਾ ਲਈ, ਸਿਪਾਹੀ ਭਰਤੀ ਕਰ ਲਏ ਤੇ ਬਹੁਤ ਸਾਰੇ ਲੋਕ ਉੱਥੇ ਆਉਂਦੇ ਨੇ ਤੇ ਮਹਾਰਾਜ ਦੀ ਨੌਕਰੀ ਵਿੱਚ ਰਹਿੰਦੇ ਨੇ। ਗੁਰੂ ਸਾਹਿਬ ਸ਼ਿਕਾਰ ਖੇਡਣ ਜਾਂਦੇ। ਦੇਸ ਵਿਦੇਸਨ ਸੁਨਤ ਪੇ ਸੁਣ ਸੁਣ ਤਿਸ ਬੇਰੇ। ਸਤਿਗੁਰੂ ਜੀ ਦਾ ਇੱਥੇ ਰਹਿਣਾ ਸੁਣ ਸੁਣ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਉਣ ਲੱਗੀਆਂ। ਸ਼ਰਧਾਲੂ ਉਰ ਭਾਉ ਜੁਤ ਦਰਸ਼ਨ ਗਨ ਆਈ। ਬਹੁਤ ਸੰਗਤਾਂ ਦਰਸ਼ਨਾਂ ਦੀਆਂ ਸ਼ਰਧਾਲੂ ਹੋ ਕੇ ਮਹਾਰਾਜ ਦੇ ਕੋਲ ਪਹੁੰਚੀਆਂ। ਵੱਡੀ ਭੀੜ ਹੋਵਨ ਲੱਗੀ ਲਾਹਾ ਵੱਢ ਪਾਈ। ਬਹੁਤ ਜ਼ਿਆਦੀ ਉੱਥੇ ਭੀੜ ਹੋਣ ਲੱਗੀ, ਦਰਸ਼ਨਾਂ ਦਾ ਲਾਹਾ ਲੈਣ ਲੱਗੇ। ਰੂਪਾ ਸੁਤ ਸੱਧੂ ਪਿਤਾ ਦੁਐ ਸਿੱਖ ਤਿਖਾਨਾ। ਭਾਈ ਜਿਹੜਾ ਰੂਪ ਚੰਦ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਲ ਛਕਾਇਆ ਸੀ, ਤੁਸੀਂ ਜਾਣਦੇ ਹੋ, ਉਹਦੇ ਪੋਤਰੇ ਸਾਧ ਸੰਗਤ ਜੀਓ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਜੀ। ਸੋ ਭਾਈ ਰੂਪੇ ਦਾ ਪਿਤਾ ਸੀ ਸਾਧੂ, ਸਾਧੂ ਦਾ ਪੁੱਤਰ ਭਾਈ ਰੂਪਾ। ਇਹਨਾਂ ਦੋ ਪਿਓ ਪੁੱਤਾਂ ਨੇ। ਜਿਨ ਖਸਟਨ ਪਾਤਸ਼ਾਹ ਕੋ ਰਿਝਾਵਨ ਠਾਨਾ। ਛੇਵੇਂ ਪਾਤਸ਼ਾਹ ਜੀ ਨੂੰ ਗਰਮੀਆਂ ਦੇ ਦਿਨਾਂ 'ਚ ਠੰਡਾ ਜਲ ਛਕਾ ਕੇ ਪ੍ਰਸੰਨ ਕੀਤਾ। ਭਾਈ ਕੀ ਡਰੌਲੀ ਤੋਂ 60 ਕੋ
ਮਹਾਰਾਜ ਚੱਲ ਕੇ ਇਹਨਾਂ ਦਾ ਜਲ ਛਕਣ ਲਈ ਆਏ ਸਨ। ਜੇਠ ਦੁਪਹਿਰੇ ਤਪਤ ਅਤ ਜਲ ਸੀਤਲ ਜਾਣੇ। ਸੋ ਦੁਪਹਿਰ ਦੇ ਸਮੇਂ ਜਿਹੜਾ ਪਾਣੀ ਸੀ ਠੰਡਾ ਬੜਾ ਦੁਰਲਭ ਜਾਣ ਕੇ 30 ਕੋਸ ਤਬ ਗੁਰ ਹੁਤੇ ਆਵਾਹਨ ਠਾਨੇ। 60 ਮੀਲ ਤੇ 30 ਕੋ ਗੁਰੂ ਸਾਹਿਬ ਜੀ ਦੂਰ ਸਨ ਤੇ ਪ੍ਰੇਮ ਦੀ ਖਿੱਚ ਨਾਲ ਇਹਨਾਂ ਨੇ ਮਹਾਰਾਜ ਨੂੰ ਬੁਲਾਇਆ। ਸੁੰਦਰ ਘਰ ਸੀਤਲ ਬਿਖੈ ਥਿਰ ਹੁਤੇ ਪਰਿਅੰਕਾ। ਗੁਰੂ ਜੀ ਭਾਈ ਸਾਈਂ ਦਾਸ ਬੀਬੀ ਰਾਮੋ ਦੇ ਘਰ ਸੁੰਦਰ ਠੰਡੇ ਕਮਰੇ 'ਚ ਪਲੰਘ ਤੇ ਦੁਪਹਿਰ ਸਮੇਂ ਲੇਟੇ ਹੋਏ ਸਨ। ਆਪਣੇ ਮੈਂ ਲੱਖ ਪ੍ਰੇਮ ਕੋ ਤਾਏ ਤਜ ਸ਼ੰਕਾ। ਆਪਣੇ 'ਚ ਪ੍ਰੇਮ ਜਾਣ ਕੇ ਗੁਰੂ ਜੀ ਸ਼ੰਕਾ ਛੱਡ ਕੇ ਭਾਈ ਰੂਪ ਚੰਦ ਭਾਈ ਸਾਧੂ ਤਿੰਨਾਂ ਦੇ ਵੱਲ ਆ ਕੇ ਕਾਹਲੀ ਨਾਲ ਦੌੜੇ। ਤਜ ਸਭ ਸੁਖ ਇੱਕ ਛਿਨਕ ਮੈਂ ਪਹੁੰਚਨ ਬਨ ਮਾਹੀ। ਸਾਰੇ ਸੁੱਖ ਛੱਡ ਕੇ ਗੁਰੂ ਜੀ ਇੱਕ ਛਿਨ ਦੇ ਵਿੱਚ ਪਹੁੰਚ ਗਏ ਅਤੇ ਭਏ ਤ੍ਰਿਖਾ ਤੁਰ ਜਾਚ ਤੇ ਪਾਨੀ ਕਿਸ ਪਾਹੀ। ਪਿਆਸ ਦੇ ਵਿੱਚ ਆਤਰ ਹੋ ਕੇ ਪਾਣੀ ਮੰਗਣ ਲੱਗ ਪਏ, ਜਿਵੇਂ ਕੋਈ ਮਹਾਰਾਜਾ ਭਟਕ ਗਿਆ ਹੋਵੇ ਤੇ ਉਹ ਪਾਣੀ ਕਰਦਾ ਫਿਰਦਾ ਹੋਵੇ। ਸੁਤ ਪਿਤ ਮੁਦਤ ਸੁਚਿਤ ਮੈਂ ਹੈ ਉੱਠ ਕਰ ਤਤਕਾਲਾ। ਪਿਓ ਤੇ ਪੁੱਤਰ ਪ੍ਰਸੰਨ ਹੋ ਕੇ ਝਟਪਟ ਉੱਠ ਪਏ ਤੇ ਗੁਰੂ ਮਹਾਰਾਜ ਜੀ ਨੂੰ ਸੀਤਲ ਜਲ ਦੀਨੋ ਪੀਓ ਗੁਰ ਆਨੰਦ ਵਿਸਾਲਾ। ਠੰਡਾ ਪਾਣੀ ਦਿੱਤਾ। ਗੁਰੂ ਜੀ ਨੇ ਪਾਣੀ ਪੀਤਾ ਤੇ ਬਹੁਤ ਪ੍ਰਸੰਨ ਹੋ ਗਏ। ਦੇਗ ਕਰੋ ਤਜ ਦੇਹੋ ਕ੍ਰਿਤ ਪ੍ਰਭ ਸਬਾਕ ਬਖਾਨਾ। ਫਿਰ ਸਤਿਗੁਰੂ ਮਹਾਰਾਜ ਨੇ ਇਹਨਾਂ ਦੇ ਸ਼ਰਧਾ ਵੇਖ ਕੇ ਬਚਨ ਕੀਤਾ ਕਿ ਇਸ ਤਰਖਾਣਾ ਵਾਲੀ ਕਿਰਤ ਲੱਕੜਾਂ ਵੱਢਣ ਨੂੰ ਛੱਡ ਦੇਵੋ ਤੇ ਹੁਣ ਗੁਰੂ ਦੇ ਨਾਮ ਤੇ ਲੰਗਰ ਚਲਾਵੋ। ਤਬ ਤੇ ਸਤ ਸੰਗਤ ਅਦਿਕ ਤਿੰਨ ਸਿੱਖਨ ਠਾਨਾ। ਤੇ ਇੱਕ ਨਵਾਂ ਨਗਰ ਮਹਾਰਾਜ ਨੇ ਉਹਨਾਂ ਦੇ ਨਾਂ ਤੇ ਭਾਈ ਰੂਪਾ ਪਿੰਡ ਵਸਾਇਆ ਤੇ ਲੋਹ ਲੰਗਰ ਚਲਾਇਆ। ਉਸ ਸਮੇਂ ਤੋਂ ਉਹਨਾਂ ਦੀ ਸੰਗਤ ਬਹੁਤ ਵੱਧ ਗਈ ਤੇ ਬਹੁਤ ਲੋਕਾਂ ਨੇ ਉਹਨਾਂ ਤੋਂ ਸਿੱਖੀ ਧਾਰਨ ਕੀਤੀ। ਤਿਨ ਕੀ ਕੁਲ ਵਰਦਕ ਹੁਤੇ ਦਵੈ ਤਬੈ ਸਪੂਤਾ। ਉਹਨਾਂ ਦੀ ਕੁਲ ਵੱਧ ਗਈ ਤੇ ਉਹਨਾਂ ਦੇ ਘਰ 2 ਪੁੱਤਰ ਪੈਦਾ ਹੋਏ। ਸੁਣ ਕੇ ਗੁਰ ਆਗਵਨ ਕੋ ਅਰ ਜੰਗ ਬਹੁਤਾ। ਉਹਨਾਂ ਗੁਰੂ ਜੀ ਦੇ ਆਉਣ ਤੇ ਉਹਨਾਂ ਦੇ ਵੱਡੇ ਯੁੱਧ ਬਾਰੇ ਸੁਣਿਆ। ਸਹਿਬਜ਼ਾਦੇ ਚਾਰਹੋਂ ਪਰਲੋਕ ਪਧਾਰੇ। ਕਿ ਚਾਰੇ ਸਾਹਿਬਜ਼ਾਦੇ ਪਰਲੋਕ ਚਲੇ ਗਏ ਹਨ। ਬਿਸਮਾਨੇ ਮਨ ਮੈਂ ਮਹਾ ਵੱਡ ਗਜਬ ਗੁਜਾਰੇ। ਉਹ ਮਨ ਵਿੱਚ ਬਹੁਤ ਹੈਰਾਨ ਹੋਏ ਕਿ ਬੜਾ ਗਜਬ ਗੁਜ਼ਾਰਿਆ ਹੈ। ਪਰਮ ਸਿੰਘ ਅਰ ਧਰਮ ਸਿੰਘ ਵੱਡ ਭਗਤੀ ਵਾਨੇ। ਜਿਨ੍ਹਾਂ ਦਾ ਨਾਮ ਹੈ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ, ਬੜੇ ਭਗਤੀ ਵਾਲੇ ਨੇ। ਭਾਈ ਰੂਪੇ ਦੇ ਪੁੱਤਰ। ਹਿਤ ਦਰਸ਼ਨ ਕੇ ਤਿਆਰ ਪੇ ਧਰ ਪ੍ਰੇਮ ਮਹਾਨੇ। ਮਹਾਰਾਜ ਦੇ ਦਰਸ਼ਨਾਂ ਵਾਸਤੇ ਬੜੇ ਪ੍ਰੇਮ ਸਹਿਤ ਉਧਰ ਨੂੰ ਆਏ। ਕਿਤਕ ਸਿੱਖ ਲੈ ਸੰਗ ਮੈਂ ਮੁਖ ਸ਼ਬਦ ਸੋ ਗਾਵੈ। ਕਿੰਨੇ ਕੁ ਸਿੱਖ ਨਾਲ ਲੈ ਕੇ ਮੁਖੋਂ ਸ਼ਬਦ ਪੜ੍ਹਦੇ ਆਉਂਦੇ ਨੇ। ਬਾਰੀ ਬਾਰੀ ਪੜਤ ਹੈ ਕਰ ਜੋਟੀ ਆਵੈ। ਜੋਟੀਆਂ ਦੇ ਵਿੱਚ ਵਾਰੀ ਵਾਰੀ ਸ਼ਬਦ ਪੜ੍ਹਦੇ ਕੀਰਤਨ ਕਰਦੇ ਆਉਂਦੇ ਹਨ। ਇਹ ਆ ਕੇ ਕਿਵੇਂ ਅਫਸੋਸ ਕਰਨਗੇ ਤੇ ਮਹਾਰਾਜ ਜੀ ਇਹਨਾਂ ਨੂੰ ਉਪਦੇਸ਼ ਬਖਸ਼ਣਗੇ, ਉਹ ਪ੍ਰਸੰਗ ਕੱਲ ਨੂੰ ਸਰਵਣ ਕਰਿਓ ਜੀ। ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਪਰਮ ਸਿੰਘ ਕਿਤਕ ਸਿੱਖ ਲੈ ਸੰਗ ਮੈਂ ਮੁਖ ਸ਼ਬਦ ਸੁਗਾਵੈ। ਬਾਰੀ ਬਾਰੀ ਪੜਤ ਹੈ ਕਰ ਜੋਟੀ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।